ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ਆਸੀਲੇਸ਼ਨ ਐਂਡ ਵੇਵਸ ਟੌਪਿਕ ਸਟਾਰਟ ਕੀਤਾ ਹੋਇਆ ਹੈ। ਆਪਾਂ ਪ੍ਰੀਵੀਅਸ ਕਲਾਸ ਦੇ ਵਿੱਚ ਐਸਐਚਐਮ ਦੇ ਕੁਝ ਬੇਸਿਕਸ ਕੀਤੇ ਸੀ ਕਿ ਐਸਐਚਐਮ ਹੁੰਦਾ ਕੀ ਹੈ, ਉਸਦੇ ਕੁਝ ਐਕਸਪ੍ਰੈਸ਼ਨਸ, ਠੀਕ ਹੈ। ਬਟ ਅੱਜ ਦੀ ਕਲਾਸ ਦੇ ਵਿੱਚ ਜੋ ਆਪਣੇ ਸਿਲੇਬਸ ਦੇ ਵਿੱਚ ਮੇਨ ਟੌਪਿਕ ਮੈਂਸ਼ਨ ਕੀਤਾ ਹੋਇਆ ਹੈ, ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਆਫ ਐਸਐਚਐਮ, ਆਪਾਂ ਉਹ ਸਟਾਰਟ ਕਰ ਰਹੇ ਹਾਂ। ਮਤਲਬ ਮੇਨ ਜਿਹੜਾ ਆਪਣਾ ਸਿਲੇਬਸ ਹੈ ਉਹ ਇੱਥੋਂ ਸਟਾਰਟ ਹੋ ਰਿਹਾ, ਠੀਕ ਹੈ। ਸਭ ਤੋਂ ਪਹਿਲਾਂ ਐਸਐਚਐਮ ਪਤਾ ਹੈ ਸਭ ਨੂੰ ਕੀ ਹੁੰਦਾ, ਸਿੰਪਲ ਹਾਰਮੋਨਿਕ ਮੋਸ਼ਨ, ਉਸਦੀ ਡਿਸਪਲੇਸਮੈਂਟ ਦਾ ਐਕਸਪ੍ਰੈਸ਼ਨ ਪਤਾ ਹੈ। ਹੁਣ ਆਪਾਂ ਕਰਨਾ ਹੈ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਸੁਪਰਪੋਜੀਸ਼ਨ ਦਾ ਮਤਲਬ ਹੈ ਕਿ ਅਗਰ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੀਆਂ ਹਾਰਮੋਨਿਕ ਡਿਸਪਲੇਸਮੈਂਟਸ ਨੇ ਉਹਨਾਂ ਦਾ ਰਿਜ਼ਲਟੈਂਟ ਕੱਢਣਾ ਹੋਵੇ, ਉਹਨਾਂ ਦਾ ਰਿਜ਼ਲਟੈਂਟ ਕੱਢਣ ਨੂੰ ਹੀ ਆਪਾਂ ਕੀ ਕਹਿੰਦੇ ਹਾਂ, ਸੁਪਰਪੋਜੀਸ਼ਨ। ਮਤਲਬ ਦੋ ਜਾਂ ਦੋ ਤੋਂ ਜ਼ਿਆਦਾ ਐਸਐਚਐਮ ਜਿਹੜੇ ਸਿੰਪਲ ਹਾਰਮੋਨਿਕ ਮੋਸ਼ਨਸ ਨੇ ਉਹਨਾਂ ਦੀਆਂ ਡਿਸਪਲੇਸਮੈਂਟਸ ਦਾ ਰਿਜ਼ਲਟੈਂਟ ਕੱਢਣ ਨੂੰ ਆਪਾਂ ਕੀ ਕਹਿੰਦੇ ਹਾਂ, ਸੁਪਰਪੋਜੀਸ਼ਨ। ਅਗਰ ਆਪਾਂ ਡਿਸਪਲੇਸਮੈਂਟਸ ਦਾ ਰਿਜ਼ਲਟੈਂਟ ਕੱਢਣਾ ਹੋਵੇ ਤਾਂ ਉਹ ਸਿੰਪਲੀ ਉਹਨਾਂ ਦੀਆਂ ਡਿਸਪਲੇਸਮੈਂਟਸ ਦੇ ਸਮ ਦੇ ਇਕੁਅਲ ਹੋਊਗਾ, ਇੰਡੀਵਿਜੂਅਲ ਸਮ ਦੇ ਇਕੁਅਲ, ਠੀਕ ਹੈ। ਮਤਲਬ ਜਿਵੇਂ ਆਪਾਂ ਨੇ ਡਿਸਪਲੇਸਮੈਂਟ ਦਾ ਕੱਢਣਾ ਹੋਵੇ x1 x2, ਇਹ ਆਪਣੇ ਕੋਲ ਆਪਣੇ ਕੋਲ ਇੰਡੀਵਿਜੂਅਲ ਡਿਸਪਲੇਸਮੈਂਟਸ ਨੇ, x ਕੀ ਉਹਨਾਂ ਦਾ ਰਿਜ਼ਲਟੈਂਟ ਤਾਂ ਇਹਨਾਂ ਦੇ ਸਿੰਪਲੀ ਸਮ ਦੇ ਇਕੁਅਲ ਹੋਊਗਾ। ਬਟ ਆਪਾਂ ਫਾਈਂਡ ਆਊਟ ਕਰਾਂਗੇ ਜਿਵੇਂ ਐਂਪਲੀਟਿਊਡਸ, ਅਗਰ ਆਪਾਂ ਦੋ ਹਾਰਮੋਨਿਕ ਮੋਸ਼ਨਸ ਲੈ ਰਹੇ ਹਾਂ ਉਹਨਾਂ ਦੇ ਰਿਜ਼ਲਟੈਂਟ ਦਾ ਐਂਪਲੀਟਿਊਡ ਕੀ ਹੋਊਗਾ। ਬਟ ਇਹਦੇ ਵਿੱਚ ਨਾ ਬਹੁਤ ਸਾਰੇ ਅਲੱਗ-ਅਲੱਗ ਕੇਸਿਸ ਬਣਦੇ ਨੇ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਆਪਣੇ ਕੋਲ ਡਿਸਪਲੇਸਮੈਂਟ ਹੈ ਉਹ ਆਪਾਂ ਕਿਸ ਦੇ ਨਾਲ ਰਿਪਰੈਜ਼ੈਂਟ ਕਰ ਰਹੇ ਸੀ, a sin ਓਮੇਗਾ t ਪਲੱਸ ਫਾਈ, ਠੀਕ ਹੈ। ਹੁਣ ਇੱਥੇ ਆਪਣੇ ਕੋਲ ਨਾ ਅਲੱਗ-ਅਲੱਗ ਕੇਸਿਸ ਬਣਦੇ ਨੇ, ਹੋ ਸਕਦਾ ਜਿਹੜੇ ਦੋ ਆਪਾਂ ਐਸਐਚਐਮਸ ਨੇ ਉਹਨਾਂ ਦੇ ਜਿਹੜੇ ਐਂਪਲੀਟਿਊਡਸ ਨੇ ਉਹ ਅਲੱਗ-ਅਲੱਗ ਹੋਣ ਅਤੇ ਫਰੀਕੁਐਂਸੀ ਸੇਮ ਹੋਵੇ, ਜਾਂ ਫਿਰ ਫਰੀਕੁਐਂਸੀ ਅਲੱਗ-ਅਲੱਗ ਹੋਵੇ, ਐਂਪਲੀਟਿਊਡਸ ਸੇਮ ਹੋਣ, ਤਾਂ ਆਪਣੇ ਕੋਲ ਇਸ ਅਕੋਰਡਿੰਗ ਅਲੱਗ-ਅਲੱਗ ਕੇਸਿਸ ਬਣਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਫਸਟ ਕੇਸ ਕਰਾਂਗੇ। ਇਹਦੇ ਵਿੱਚ ਹੋਰ ਵੀ ਕੇਸਿਸ ਨੇ, ਹੋਰ ਕੇਸਿਸ ਕੀ ਨੇ ਕਿ ਹੋ ਸਕਦਾ ਜਿਹੜੇ ਆਪਾਂ ਦੋ ਸਿੰਪਲ ਹਾਰਮੋਨਿਕ ਮੋਸ਼ਨਸ ਲੈ ਰਹੇ ਹਾਂ ਉਹ ਇੱਕ ਦੂਜੇ ਦੇ ਪਰਪੈਂਡੀਕੂਲਰ ਹੋਣ, ਜਾਂ ਫਿਰ ਉਹ ਪਰਪੈਂਡੀਕੂਲਰ ਨਾ ਹੋਣ, ਉਹਨਾਂ ਦੇ ਵਿੱਚ ਕੁਝ ਵੈਸੇ ਹੀ ਫੇਜ਼ ਬਣ ਰਿਹਾ ਹੋਵੇ, ਠੀਕ ਹੈ। ਤਾਂ ਆਪਾਂ ਪਰਪੈਂਡੀਕੂਲਰ ਵਾਲਾ ਕੇਸ ਤਾਂ ਬਾਅਦ ਦੇ ਵਿੱਚ ਕਰਾਂਗੇ, ਆਪਾਂ ਪਹਿਲਾਂ ਫੇਜ਼ ਵਾਲੇ ਹੀ ਕਰਾਂਗੇ। ਆਪਣੇ ਕੋਲ ਸਪੋਜ਼ ਆਪਾਂ ਫਸਟ ਕੇਸ ਲੈ ਕੇ ਚੱਲੇ ਹਾਂ, ਦੋ ਮੋਸ਼ਨਸ, ਦੋ ਐਸਐਚਐਮਸ ਜਿਨ੍ਹਾਂ ਦੇ ਵਿੱਚ ਐਂਪਲੀਟਿਊਡਸ ਡਿਫਰੈਂਟ ਨੇ ਅਤੇ ਫਰੀਕੁਐਂਸੀ ਕੀ ਹੈ, ਸੇਮ, ਠੀਕ ਹੈ। ਆਪਣੇ ਕੋਲ ਸਪੋਜ਼ ਇੱਕ ਜਿਹੜਾ ਫਸਟ ਆਪਣੇ ਕੋਲ ਜਿਵੇਂ ਆਪਣੇ ਕੋਲ ਸਪੋਜ਼ ਆਪਣੇ ਕੋਲ ਕੋਈ ਪਾਰਟੀਕਲ ਹੈ, ਠੀਕ ਹੈ, ਇਹਦੇ ਉੱਪਰ ਆਪਾਂ ਦੋ ਐਸਐਚਐਮ ਹੋ ਰਿਹਾ ਇਹਦਾ, ਠੀਕ ਹੈ, ਐਸਐਚਐਮ ਹੋ ਰਿਹਾ। ਸਪੋਜ਼ ਫਸਟ ਜਿਹੜੀ ਆਪਣੇ ਕੋਲ ਐਸਐਚਐਮ ਹੈ ਉਹਦਾ ਐਂਪਲੀਟਿਊਡ A1 ਹੈ, ਅਤੇ ਆਪਣੇ ਕੋਲ ਇੱਕ ਮਤਲਬ ਆਪਾਂ ਫਸਟ ਫੋਰਸ ਹਟਾ ਕੇ ਦੂਜੀ ਫੋਰਸ ਲਗਾਈ, ਉਹਦੇ ਨਾਲ ਵੀ ਐਸਐਚਐਮ ਹੋ ਰਿਹਾ, ਉਹਦਾ ਐਂਪਲੀਟਿਊਡ ਸਪੋਜ਼ ਕਿੰਨਾ, A2। ਇਹ ਐਂਪਲੀਟਿਊਡ ਹੁੰਦਾ ਨਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਦਾ। ਸਪੋਜ਼ ਫਸਟ ਵਾਲੇ ਦਾ A1 ਹੈ ਅਤੇ ਸੈਕਿੰਡ ਵਾਲਾ ਜਿਹੜਾ ਆਪਣੇ ਕੋਲ ਸਿੰਪਲ ਹਾਰਮੋਨਿਕ ਮੋਸ਼ਨ ਹੈ ਉਸਦਾ ਐਂਪਲੀਟਿਊਡ ਕੀ ਹੈ, A2। ਤਾਂ ਆਪਣੇ ਕੋਲ ਜੇ ਆਪਾਂ ਦੋਨਾਂ ਦੇ ਰਿਜ਼ਲਟੈਂਟ ਦਾ ਐਂਪਲੀਟਿਊਡ ਕੱਢਣਾ ਹੋਵੇ A ਵੈਕਟਰ, ਉਹ ਕਿਹਦੇ ਇਕੁਅਲ ਹੋਊਗਾ, A1 ਵੈਕਟਰ ਪਲੱਸ A2 ਵੈਕਟਰ ਦੇ। ਬਟ ਆਪਾਂ ਪੂਰਾ ਸੋਲਵ ਕਰਕੇ ਇਹ ਤਾਂ ਆਪਣੇ ਕੋਲ ਵੈਕਟਰ ਫਾਰਮ 'ਚ ਹੈ, ਠੀਕ ਹੈ। ਬਟ ਆਪਾਂ ਇਹਦਾ ਮੈਗਨੀਟਿਊਡ ਕੱਢਾਂਗੇ ਕਿ ਜਿਹੜਾ ਆਪਣੇ ਕੋਲ ਐਂਪਲੀਟਿਊਡ ਰਿਜ਼ਲਟੈਂਟ ਦਾ ਆਇਆ ਉਸਦਾ ਮੈਗਨੀਟਿਊਡ ਕੀ ਹੋਊਗਾ। ਡਾਇਗਰਾਮ ਦੇ ਵਿੱਚ ਦੇਖੋ ਆਪਣੇ ਕੋਲ ਸਪੋਜ਼ A1 ਐਂਪਲੀਟਿਊਡ ਨੂੰ SP ਰਿਪਰੈਜ਼ੈਂਟ ਕਰ ਰਿਹਾ, ਆਪਣੇ ਕੋਲ ਜਿਹੜਾ PR ਹੈ ਉਹ ਦੂਜੇ ਸਿੰਪਲ ਹਾਰਮੋਨਿਕ ਮੋਸ਼ਨ ਦਾ ਐਂਪਲੀਟਿਊਡ ਹੈ, A2 ਵੈਕਟਰ, ਇਹ ਐਕਸ ਡਾਇਰੈਕਸ਼ਨ ਦੇ ਨਾਲ ਫਾਈ ਐਂਗਲ ਬਣਾ ਰਿਹਾ। ਸਪੋਜ਼ SP ਹੈ ਜਿਹੜਾ ਫਸਟ ਦਾ ਐਂਪਲੀਟਿਊਡ ਉਹ ਮਤਲਬ ਐਕਸ ਡਾਇਰੈਕਸ਼ਨ ਦੇ ਵਿੱਚ ਹੀ ਹੈ, ਸੈਕਿੰਡ ਵਾਲਾ ਐਕਸ ਡਾਇਰੈਕਸ਼ਨ ਦੇ ਨਾਲ ਫਾਈ ਐਂਗਲ ਬਣਾ ਰਿਹਾ। ਸਪੋਜ਼ ਇਸ ਤਰੀਕੇ ਨਾਲ ਮਤਲਬ ਐਵੇਂ ਜੇ ਕੁਛ ਮੋਸ਼ਨ ਹੋ ਰਿਹਾ ਹੋਊਗਾ। ਫਸਟ ਦਾ ਐਂਪਲੀਟਿਊਡ ਸਪੋਜ਼ ਜਿਹੜਾ A1 ਹੈ, ਸੈਕਿੰਡ ਦਾ A2 ਹੈ। ਆਪਾਂ ਨੂੰ ਵੈਕਟਰ ਨੋਟੇਸ਼ਨ ਦੇ ਅਕੋਰਡਿੰਗ ਪਤਾ ਹੈ ਕਿ ਅਗਰ ਆਪਣੇ ਕੋਲ ਟ੍ਰਾਇੰਗਲ ਲਾਅ ਦੇ ਅਕੋਰਡਿੰਗ ਅਗਰ ਆਪਣੇ ਕੋਲ ਦੋ ਵੈਕਟਰਸ ਨੇ ਇਸ ਤਰੀਕੇ ਨਾਲ ਤਾਂ ਉਹਨਾਂ ਦਾ ਰਿਜ਼ਲਟੈਂਟ ਕੀ ਹੋਊਗਾ, ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਅਤੇ ਟ੍ਰਾਇੰਗਲ ਦੀ ਥਰਡ ਸਾਈਡ ਕੀ ਰਿਪਰੈਜ਼ੈਂਟ ਕਰੂਗੀ, ਰਿਜ਼ਲਟੈਂਟ, ਠੀਕ ਹੈ। A ਵੈਕਟਰ ਕਾਹਦੇ ਇਕੁਅਲ ਹੋਊਗਾ, A1 ਵੈਕਟਰ ਪਲੱਸ A2 ਵੈਕਟਰ। ਹੁਣ ਇਹ ਫਾਈ ਐਂਗਲ ਹੈ ਜਿਹੜਾ ਉਹ ਫਸਟ ਸੈਕਿੰਡ ਦਾ ਰਿਜ਼ਲਟੈਂਟ ਬਣਾ ਰਿਹਾ ਐਕਸ ਐਕਸਿਸ ਦੇ ਨਾਲ। ਸਪੋਜ਼ ਜਿਹੜਾ ਰਿਜ਼ਲਟੈਂਟ ਹੈ ਉਹ ਐਕਸ ਐਕਸਿਸ ਦੇ ਨਾਲ ਥੀਟਾ ਐਂਗਲ ਬਣਾ ਰਿਹਾ। ਆਪਾਂ ਇਸ ਟ੍ਰਾਇੰਗਲ ਦੇ ਵਿੱਚ ਇੱਕ ਪਰਪੈਂਡੀਕੂਲਰ ਡਰਾ ਕਰਾਂਗੇ, PQ ਪਰਪੈਂਡੀਕੂਲਰ, RQ ਪਰਪੈਂਡੀਕੂਲਰ ਸੋਰੀ, ਆਪਾਂ ਐਕਸਟੈਂਡ ਕਰ ਲਿਆ ਇਹਨੂੰ ਅੱਗੇ, RQ ਪਰਪੈਂਡੀਕੂਲਰ ਡਰਾ ਕੀਤਾ। ਇਹ ਆਪਣੇ ਕੋਲ RPQ ਵੀ ਇੱਕ ਆਪਣੇ ਕੋਲ ਰਾਈਟ ਐਂਗਲ ਟ੍ਰਾਇੰਗਲ ਬਣ ਗਈ, ਅਤੇ RSQ ਵੀ ਇੱਕ ਰਾਈਟ ਐਂਗਲ ਟ੍ਰਾਇੰਗਲ ਬਣ ਗਈ, ਠੀਕ ਹੈ। ਆਪਾਂ ਕਰ ਕਿਉਂ ਰਹੇ ਹਾਂ ਇਹ ਸਾਰਾ ਕੁਛ, ਆਪਾਂ ਕਰ ਰਹੇ ਹਾਂ ਆਪਾਂ ਨੇ ਰਿਜ਼ਲਟੈਂਟ A ਕੱਢਣਾ। ਆਪਾਂ ਨੂੰ ਤਾਂ ਵੈਕਟਰ ਨੋਟੇਸ਼ਨ ਦੇ ਵਿੱਚ ਤਾਂ ਪਤਾ ਚੱਲ ਗਿਆ ਕਿ A ਵੈਕਟਰ A1 ਵੈਕਟਰ ਪਲੱਸ A2 ਵੈਕਟਰ ਦੇ ਇਕੁਅਲ ਹੋ, ਬਟ ਆਪਾਂ ਨੂੰ ਇਸਦਾ ਮੈਗਨੀਟਿਊਡ ਚਾਹੀਦਾ ਕਿਉਂਕਿ ਆਪਣੇ ਪੇਪਰ ਦੇ ਵਿੱਚ ਨਿਊਮੈਰੀਕਲ ਫਾਰਮ ਦੇ ਵਿੱਚ ਵੀ ਆ ਸਕਦਾ। ਆਪਾਂ ਨੂੰ ਮਤਲਬ A ਦੀ ਵੈਲਿਊ ਕੱਢਣੀ, ਆਪਾਂ ਨੂੰ A1 A2 ਦਿੱਤਾ ਹੋਵੇ, ਐਂਗਲਸ ਦਿੱਤੇ ਹੋਣ, ਬਟ ਆਪਾਂ ਨੂੰ ਰਿਲੇਸ਼ਨ ਪਤਾ ਹੋਣਾ ਚਾਹੀਦਾ ਜੋ ਕਿ ਆਪਾਂ ਸੋਲਵ ਕਰਾਂਗੇ,
ठीक है। ਇਹਦੇ ਵਿੱਚ ਐਕਸਪ੍ਰੈਸ਼ਨਸ ਸਿੱਧੇ ਵੀ ਯਾਦ ਰੱਖ ਸਕਦੇ ਹਾਂ, ਬਟ ਜਦੋਂ ਆਪਾਂ ਸਮਝ ਜਾਵਾਂਗੇ ਫਿਰ ਆਪਾਂ ਪੇਪਰ ਦੇ ਵਿੱਚ ਆਪਾਂ ਨੂੰ ਕੁਝ ਕ੍ਰੈਮਿੰਗ ਕਰਨ ਦੀ ਜ਼ਰੂਰਤ ਨਹੀਂ, ਆਪਾਂ ਐਗਜ਼ਾਮ ਦੇ ਵਿੱਚ ਉੱਥੇ ਆਪਣੇ ਆਪ ਡਿਰਾਈਵ ਕਰ ਸਕਦੇ ਹਾਂ। ਠੀਕ ਹੈ, ਹੁਣ ਅਗਰ ਆਪਾਂ ਆਪਾਂ ਅਲੱਗ-ਅਲੱਗ ਟ੍ਰਾਇੰਗਲਸ ਦੀ ਗੱਲ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਆਪਾਂ PQR ਟ੍ਰਾਇੰਗਲ ਦੀ ਗੱਲ ਕਰੀਏ। ਇਸ 'ਤੇ ਆਪਾਂ ਪਾਈਥਾਗੋਰਸ ਥਿਊਰਮ लगाइए। सब नू पता है हाइपोटन्यूज स्केयर इज इक्वल टू बेस स्केयर प्लस परपेंडिकुलर स्केयर। ठीक है, RP स्केयर इज इक्वल टू PQ स्केयर प्लस RQ स्केयर। सिमिलरली ਆਪਾਂ SQR ट्रायंगल ਜਿਹੜੀ ਇਹ ट्रायंगल है ਇਸ ਦੇ ਉੱਪਰ ਵੀ ਪਾਈਥਾਗੋਰਸ ਥਿਊਰਮ ਲਗਾਵਾਂਗੇ। ਉਹ ਕਾਹਦੇ ਇਕੁਅਲ ਹੋਊਗਾ? SR स्केयर इज इक्वल टू SQ स्केयर प्लस RQ स्केयर। ਤਾਂ ਬਹੁਤ ਸਿੰਪਲ ਜਿਹਾ, ਆਪਾਂ ਸਿਰਫ ਪਾਈਥਾਗੋਰਸ ਥਿਊਰਮ ਹੀ ਲਗਾਈਏ। ਹੁਣ SQ ਜੋ ਹੈ ਇਹ ਕਿਹਦੇ ਇਕੁਅਲ ਹੈ? SP प्लस PQ ਦੇ। SQ टोटल है जो SP प्लस PQ ਦੇ ਇਕੁਅਲ ਹੈ, ਆਪਾਂ ਨੇ ਉਹ ਪੁੱਟ ਕਰਤਾ। ਠੀਕ ਹੈ, ਹੁਣ ਆਪਣੇ ਕੋਲ ਜੇ ਆਪਾਂ ਗੱਲ ਕਰੀਏ ਇਹਨਾਂ ਵੈਲਿਊਜ਼ ਦੀ, ਠੀਕ ਹੈ, ਆਪਾਂ ਨੂੰ SR ਦੀ ਵੈਲਿਊ ਪਤਾ ਹੈ ਕਿ SR ਸਕੇਅਰ ਹੈ ਜਿਹੜਾ SR ਹੈ ਜਿਹੜਾ ਉਹ ਤਾਂ ਇਹਦੇ ਇਕੁਅਲ ਹੈ। SP ਵੀ ਪਤਾ A1 ਹੈ। ਠੀਕ ਹੈ, PR ਵੀ ਪਤਾ A2 ਹੈ। ਆਪਾਂ ਨੂੰ ਕਿਹਦੀਆਂ ਵੈਲਿਊਜ਼ ਨਹੀਂ ਪਤਾ? ਆਪਾਂ ਨੂੰ PQ ਦੀ ਵੈਲਿਊ ਨਹੀਂ ਪਤਾ ਅਤੇ ਆਪਾਂ ਨੂੰ ਇੱਕ QR ਦੀ ਵੈਲਿਊ ਨਹੀਂ ਪਤਾ। ਤੇ PQ ਤੇ PQ ਤੇ QR ਫਾइंड आउट करना भी बहुत सिंपल है। ਆਪਾਂ ਨੂੰ ट्रिग्नोमेट्री पता ही है, बेस अपॉन हाइपोटन्यूज कॉस थीटा ਦੇ ਇਕੁਅਲ ਹੁੰਦਾ ਹੈ ਤੇ परपेंडिकुलर अपॉन हाइपोटन्यूज साइन थीटा ਦੇ ਇਕੁਅਲ। अगर इस ट्रायंगल ਦੇ ਵਿੱਚ देखिए, बेस PQ है, परपेंडिकुलर QR है, बेस अपॉन हाइपोटन्यूज मतलब PQ अपॉन RP इज इक्वल टू कॉस फाई। PQ अपॉन RP इज इक्वल टू कॉस फाई। RP ਦੀ ਵੈਲਿਊ ਕਿੰਨੀ ਹੈ? A2। ਆਪਾਂ ਨੂੰ ਪਤਾ ਹੀ ਹੈ ਕਿ PR A2 ਹੈ ਤਾਂ PQ ਇਜ਼ ਇਕੁਅਲ ਟੂ A2 cos फाई ਆ ਜਾਏਗਾ। सिमिलरली QR अपॉन PR इज इक्वल टू साइन फाई। PR ਦੀ ਵੈਲਿਊ ਅਗੇਨ A2, ਸੋਲਵ ਕਰਕੇ QR ਦੀ ਵੈਲਿਊ ਕਿੰਨੀ ਆ ਜੂਗੀ? A2 ਸਾइन फाई। ਹੁਣ ਜਿਹੜੀਆਂ ਇਹ ਆਪਣੇ ਕੋਲ ਵੈਲਿਊਜ਼ ਆਈਆਂ ਨੇ, ਠੀਕ ਹੈ, ਸੈਕਿੰਡ ਤੇ ਥਰਡ ਇਕੁਏਸ਼ਨ ਦੇ ਵਿੱਚ PQ ਤੇ QR ਦੀ, ਉਹ ਆਪਾਂ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰ ਦੇਂਗੇ ਫਸਟ ਇਕੁਏਸ਼ਨ 'ਚ। ਸੋ ਆਫਟਰ ਪੁੱਟਿੰਗ ਆਲ ਦੀ ਵੈਲਿਊਜ਼, SP इज इक्वल टू A1, PQ इज इक्वल टू A2 cos फाई एंड QR इज इक्वल टू A2 साइन फाई। इत्थे A प्लस B दे होल स्केयर का फॉर्मूला लगा देंगे, A स्केयर प्लस B स्केयर प्लस 2AB cos फाई। 2AB ये अपने को टर्म मैंने रीअरेंज करती हूँ ऑलरेडी। ए वाली टर्म मतलब अगे लिखती, जी 2AB वाली टर्म है वो पिछे लिखती। ठीक है, ਇਹਨੂੰ ਤਾਂ ਸਿੰਪਲੀਫਿਕੇਸ਼ਨ ਸਭ ਨੂੰ ਸਮਝ ਆ ਜਾਊਗੀ ਬਹੁਤ ਈਜ਼ੀਲੀ। ਫਿਰ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ A2 ਸਕੇਅਰ ਕੋਮਨ ਕੱਢਾਂਗੇ, ਆਪਣੇ ਕੋਲ ਕੋਸ ਸਕੇਅਰ 5 ਪਲੱਸ ਸਾਈਨ ਸਕੇਅਰ 5 ਬਣ ਜਾਊਗਾ। ਕੋਸ ਸਕੇਅਰ ਥੀਟਾ ਪਲੱਸ ਸਾਈਨ ਸਕੇਅਰ ਥੀਟਾ ਕਿੰਨਾ ਹੁੰਦਾ? 1। ਤਾਂ ਕੀ ਰਹਿ ਜਾਏਗਾ? ਇਕੱਲਾ A2 ਸਕੇਅਰ। A1 ਸਕੇਅਰ ਪਲੱਸ A2 ਸਕੇਅਰ ਪਲੱਸ 2A1 A2 ਕੋਸ 5। ਇਹ SR ਸਕੇਅਰ ਦੀ ਵੈਲਿਊ ਆ ਗਈ। SR ਦੀ ਵੈਲਿਊ ਕਿੰਨੀ ਆ ਜਾਊਗੀ? ਇਹਦਾ ਅੰਡਰ ਰੂਟ। SR ਕੀ ਹੈ ਆਪਣੇ ਕੋਲ? A ਐਂਪਲੀਟਿਊਡ ਆਫ ਦੀ ਰਿਜ਼ਲਟੈਂਟ। ਤਾਂ ਰਿਜ਼ਲਟੈਂਟ ਦਾ ਐਂਪਲੀਟਿਊਡ ਕਿੰਨਾ ਆ ਗਿਆ? A1 ਸਕੇਅਰ ਪਲੱਸ A2 ਸਕੇਅਰ ਪਲੱਸ 2A1 A2 cos 5। वट इज़ cos फाई? cos फाई अपने को जी सैकेंड हारमोनिक मोशन का एंपलीट्यूड है वो एक्स एक्सिस के नाल कितना एंगल बना रहे हैं, तो ये अपने को रिजल्टेंट आ गया। ठीक है, हुण ये एज न्यूमेरिकल भी आ सकता है, पेपर दे विच एक्सप्रैशन भी आ सकता है कि केड़ा रिलेशन सही है। न्यूमेरिकल के लिए जिवें आपां नूं फाई की वैल्यू गिवन है, दोनों एंपलीट्यूड्स गिवन ने, तो आपां ने रिजल्टेंट फाइंड आउट करना होवे। ठीक है, केड़ा केस किया है आपां जिहदे विच एंपलीट्यूड्स डिफरेंट ने, फ्रीकुएंसी सेम है, परपेंडिकुलरस नहीं है दोनों हारमोनिक मोशनस, कुछ फेज है मतलब इन्हां दे विच कुछ ना कुछ एंगल बन रहा हैगा दोनों एंपलीट्यूड्स दे विच। हुण ये तां रिजल्टेंट आ गया, बट अगर आपां ने एंगल कढना होवे कि ये रिजल्टेंट है जिहड़ा थीटा, इस रिजल्टेंट दा एंगल कितना बन रहा एक्स दे नाल, मतलब थीटा दी वैल्यू कढनी है, तां अपने कोल टैन थीटा मीनस टैन थीटा काहदे इक्वल हुंदा? परपेंडिकुलर अपॉन बेस दे। परपेंडिकुलर किन्ना? QR, बेस किन्ना? SQ। तो ये अपने कोल इस तरीके नाल हो जाएगा। देखो, टैन थीटा इज इक्वल टू QR अपॉन SQ की वैल्यू अगेन SP प्लस PQ। SP ते PQ दी वैल्यूज़ आपां हुणी सारियां फाइंड आउट करके हटे हैं, वैल्यूज़ पुट करती, तो अपने को टैन थीटा की वैल्यू किन्नी आ गई? A2 साइन फाई ओवर A1 प्लस A2 कॉस फाई। तो ये भी अपने को एक्सप्रैशन है डायरैक्शन का, तो ये एक्सप्रैशन है अपने को वैल्यू का, एंपलीट्यूड का। ठीक है, तो ये दोनों फॉर्मूलाज याद रखने ने फॉर न्यूमेरिकल्स, फॉर थ्योरैटिकल पोर्शन किसी भी तरीके नाल आपां नूं आ सकता है। ठीक है, हुण अपने को नैक्सट केस है जिस दे विच एंपलीट्यूड्स सेम ने बट फ्रीकुएंसी डिफरेंट है। देखो, ये अपने को फस्ट सिंपल हारमोनिक मोशन है जिहदा एंपलीट्यूड A है, फ्रीकुएंसी कितनी है बस जी एंगुलर फ्रीकुएंसी ω1, तो सैकेंड है हारमोनिक मोशन जिसका एंपलीट्यूड A है, फ्रीकुएंसी ω2 है, मतलब फ्रीकुएंसीज डिफरेंट ने, एंपलीट्यूड सेम है। रिजल्टेंट आपां नूं पता ही है कि दोनों के सम दे इक्वल हुंदे, वैक्टर सम दे इक्वल।
ਤਾਂ ਇਹ ਸਿੰਪਲੀ ਉਹਨਾਂ ਦਾ ਰਿਜ਼ਲਟੈਂਟ ਹੋ ਜਾਊਗਾ। ਜਿਹੜਾ ਇਹ ਮਤਲਬ ਬੀਟ ਫਾਰਮੇਸ਼ਨ ਦੇ ਵਿੱਚ ਨਾ ਇਹ ਚੀਜ਼ ਯੂਜ਼ ਹੁੰਦੀ ਹੈ ਕਿ ਅਗਰ ਆਪਾਂ ਦੋ SHMs ਲੈਂਦੇ ਹਾਂ ਜਿਨ੍ਹਾਂ ਦਾ ਐਂਪਲੀਟਿਊਡ ਸੇਮ ਹੈ, ਫਰੀਕੁਐਂਸੀ ਡਿਫਰੈਂਟ ਹੈ, ਤਾਂ ਉੱਥੇ ਆਪਣੇ ਕੋਲ ਦੋ SHMs ਦੀ ਸੁਪਰ ਪੋਜੀਸ਼ਨ ਦੇ ਨਾਲ ਬੀਟਸ ਬਣਦੀਆਂ ਨੇ ਆਪਣੇ ਕੋਲ। ਠੀਕ ਹੈ, ਦੋ SHM ਜਿਨ੍ਹਾਂ ਦੀਆਂ ਫਰੀਕੁਐਂਸੀਜ਼ ਡਿਫਰੈਂਟ ਨੇ ਬਟ ਐਂਪਲੀਟਿਊਡ ਸੇਮ ਹੈ, ਉਹਨਾਂ ਦੀ ਸੁਪਰ ਪੋਜੀਸ਼ਨ ਦੇ ਨਾਲ ਆਪਣੇ ਕੋਲ ਬੀਟਸ ਬਣਦੀਆਂ ਨੇ। ਠੀਕ ਹੈ, ਇਹ ਆਪਣੇ ਕੋਲ ਕਨਸੈਪਚੁਅਲ ਕੁਐਸਚਨ ਆ ਜਾਂਦਾ ਹੈ ਐਸਾ ਕਿ ਆਪਣੇ ਕੋਲ ਜਿਵੇਂ ਆਪਾਂ ਨੂੰ ਕਹਿੰਦੇ ਨੇ ਬੀਟ ਫਾਰਮੇਸ਼ਨ ਦੇ ਵਿੱਚ ਕਿਵੇਂ ਦੇ SHMs ਯੂਜ਼ ਹੁੰਦੇ ਨੇ, ਸੇਮ ਫਰੀਕੁਐਂਸੀ ਡਿਫਰੈਂਟ ਐਂਪਲੀਟਿਊਡ, ਸੇਮ ਐਂਪਲੀਟਿਊਡ ਡਿਫਰੈਂਟ ਫਰੀਕੁਐਂਸੀਜ਼, ਐਵੇਂ ਦੀ ਆਪਾਂ ਨੂੰ ਆਪਸ਼ਨ ਦਿੱਤੀਆਂ ਹੋਣ। ਜਾਂ ਫਿਰ ਬੀਟ ਫਾਰਮੇਸ਼ਨ ਦੇ ਵਿੱਚ ਕਿਹੜਾ ਪ੍ਰੋਸੈਸ ਯੂਜ਼ ਹੁੰਦਾ ਹੈ, ਡਾਇਫਰੈਕਸ਼ਨ, ਪੋਲਰਾਈਜੇਸ਼ਨ, ਸੁਪਰਪੋਜੀਸ਼ਨ। ਠੀਕ ਹੈ, ਐਵੇਂ ਆਪਸ਼ਨਸ ਦਿੱਤੀਆਂ ਹੋਣਗੀਆਂ ਤਾਂ ਉੱਥੇ ਆਪਾਂ ਨੂੰ ਪਤਾ ਕਿ ਸੁਪਰਪੋਜੀਸ਼ਨ ਯੂਜ਼ ਹੁੰਦੀ ਹੈ। ਕਿਵੇਂ ਦੇ SHMs ਦੇ ਵਿੱਚ ਹੁੰਦੀ ਹੈ, ਜਿਨ੍ਹਾਂ ਦਾ ਐਂਪਲੀਟਿਊਡ ਸੇਮ ਹੈ, ਫਰੀਕੁਐਂਸੀ ਡਿਫਰੈਂਟ ਹੈ। ਬਟ ਇੱਕ ਚੀਜ਼ ਹੈ ਕਿ ਇਹਨਾਂ ਦੀਆਂ ਫਰੀਕੁਐਂਸੀਜ਼ ਦਾ ਡਿਫਰੈਂਸ ਹੈ, ਜਿਹੜਾ ਦੋਨੋਂ ਫਰੀਕੁਐਂਸੀਜ਼ ਦਾ ਡਿਫਰੈਂਸ 10 ਹਰਟਜ਼ ਤੋਂ ਘੱਟ ਹੋਣਾ ਚਾਹੀਦਾ ਹੈ, 10 ਹਰਟਜ਼ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਹ ਵੀ ਦੇਖੋ ਕਨਸੈਪਚੁਅਲ ਕੁਐਸਚਨ ਬਣਦਾ ਹੈ ਕਿ ਬੀਟ ਫਾਰਮੇਸ਼ਨ ਦੇ ਲਈ ਫਰੀਕੁਐਂਸੀਜ਼ ਦਾ ਡਿਫਰੈਂਸ ਕਿੰਨਾ ਚਾਹੀਦਾ ਹੈ, ਮੋਰ ਦੈਨ 10 ਹਰਟਜ਼, ਲੈਸ ਦੈਨ 10 ਹਰਟਜ਼, ਲੈਸ ਦੈਨ 5 ਹਰਟਜ਼, ਮੋਰ ਦੈਨ 5 ਹਰਟਜ਼। ਇਹ ਐਸੀਆਂ ਆਪਸ਼ਨ ਦਿੱਤੀਆਂ ਹੋ ਸਕਦੀਆਂ ਨੇ। ਠੀਕ ਹੈ, ਤਾਂ ਲੈਸ ਦੈਨ 10 ਹਰਟਜ਼ ਹੋਣਾ ਚਾਹੀਦਾ। ਹੁਣ ਜਿੰਨਾ ਡਿਫਰੈਂਸ ਹੈ ਨਾ ਉਨੀਆਂ ਬੀਟਸ ਬਣਨਗੀਆਂ। ਦੇਖੋ ਸਪੋਜ਼ ਆਪਣੇ ਕੋਲ ਫਸਟ ਦੀ ਫਰੀਕੁਐਂਸੀ 8 ਹੈ, ਸੈਕਿੰਡ ਦੀ 6 ਹੈ, ਕਿੰਨਾ ਡਿਫਰੈਂਸ ਹੈ 2, ਤਾਂ ਕਿੰਨੀਆਂ ਬੀਟਸ ਬਣਨਗੀਆਂ 2 ਬੀਟਸ ਬਣਨਗੀਆਂ ਆਪਣੇ ਕੋਲ। ਦੇਖੋ ਇਹ ਆਪਣੇ ਕੋਲ SHMs ਨੇ, ਇਹ ਦੋ SHMs ਨੇ ਜਿਨ੍ਹਾਂ ਦਾ ਐਂਪਲੀਟਿਊਡ ਕੀ ਹੈ ਸੇਮ, ਜਿਹੜੀਆਂ ਇਹ ਬਣ ਰਹੀਆਂ ਨੇ ਇਹ ਬੀਟਸ ਨੇ, ਤਾਂ ਜਿੰਨਾ ਡਿਫਰੈਂਸ ਹੋਊਗਾ ਉਨੀਆਂ ਬੀਟਸ ਬਣਨਗੀਆਂ। ਅਗਰ ਫਸਟ ਦੀ ਫਰੀਕੁਐਂਸੀ 9 ਹੈ, ਸੈਕਿੰਡ ਦੀ 5 ਹੈ, ਤਾਂ ਕਿੰਨੀਆਂ ਬੀਟਸ ਬਣ ਜਾਣਗੀਆਂ 4। ਠੀਕ ਹੈ, ਤਾਂ ਇਹ ਚੀਜ਼ ਬੀਟ ਫਾਰਮੇਸ਼ਨ ਦੇ ਵਿੱਚ ਯੂਜ਼ ਹੁੰਦੀ ਹੈ ਆਪਣੇ ਕੋਲ। ਹਾਂਜੀ, ਇੱਥੇ ਤੱਕ ਕਲੀਅਰ ਕਰਨ ਤੋਂ ਬਾਅਦ ਹੁਣ ਆਪਾਂ ਦੋ SHMs ਜਿਹੜੇ ਕਿ ਪਰਪੈਂਡੀਕੂਲਰ ਹੁੰਦੇ ਨੇ ਉਹਨਾਂ ਦੀ ਸੁਪਰ ਪੋਜੀਸ਼ਨ ਕਰਾਂਗੇ, ਜਿਹਦੇ ਨਾਲ ਆਪਣੇ ਕੋਲ ਲਿਸਾਜਸ ਫਿਗਰਸ ਦਾ ਜਿਹੜਾ ਟੌਪਿਕ ਹੈ ਉਹ ਵੀ ਕਵਰ ਹੋਊਗਾ। ਠੀਕ ਹੈ, ਹੁਣ ਆਪਾਂ ਕਰ ਰਹੇ ਹਾਂ ਟੂ ਮਿਊਚੁਅਲੀ ਪਰਪੈਂਡੀਕੂਲਰ ਜਿਹੜੇ ਉਹ ਆਰਥੋਗੋਨਲ ਹਾਰਮੋਨਿਕ ਆਸੀਲੇਟਰਸ ਨੇ ਉਹਨਾਂ ਦੀ ਸੁਪਰ ਪੋਜੀਸ਼ਨ। ਠੀਕ ਹੈ, ਇਹਦੇ ਵਿੱਚ ਵੀ ਓਮੀ ਕੇਸਿਸ ਬਣਨਗੇ। ਪਹਿਲਾਂ ਆਪਾਂ ਕਰ ਰਹੇ ਹਾਂ ਆਸੀਲੇਸ਼ਨਸ ਹੈਵਿੰਗ ਸੇਮ ਫਰੀਕੁਐਂਸੀ ਬਟ ਡਿਫਰੈਂਟ ਐਂਪਲੀਟਿਊਡਸ। ਪਹਿਲਾਂ ਆਪਾਂ ਕੇਸ ਕਰਾਂਗੇ ਸੇਮ ਫਰੀਕੁਐਂਸੀ ਡਿਫਰੈਂਟ ਐਂਪਲੀਟਿਊਡਸ ਆ। ਦੇਖੋ ਇਹਦੇ ਵਿੱਚ ਜਿਵੇਂ ਇੱਕ ਆਪਾਂ ਉੱਥੇ ਪਿਛਲੇ ਉਹਦੇ ਕੇਸ ਦੇ ਵਿੱਚ ਆਪਾਂ ਦੋਨੋਂ ਜੋ ਮੋਸ਼ਨਸ ਸੀ ਆਪਾਂ ਐਕਸ ਦੇ ਨਾਲ ਹੀ ਰਿਪਰੈਜ਼ੈਂਟ ਕਰ ਰਹੇ ਸੀ ਕਿਉਂਕਿ ਉਹ ਇੱਕੋ ਹੀ ਡਾਇਰੈਕਸ਼ਨ 'ਚ ਸੀਗੀ। ਬਟ ਇੱਥੇ ਆਪਾਂ ਲੈ ਰਹੇ ਹਾਂ ਐਕਸ ਨਾਲ ਇੱਕ ਫਸਟ ਸਿੰਪਲ ਹਾਰਮੋਨਿਕ ਮੋਸ਼ਨ ਹੈ ਜਿਹੜਾ ਉਹ ਆਪਾਂ ਐਕਸ ਨਾਲ ਲੈ ਰਹੇ ਹਾਂ, ਅਤੇ ਜਿਹੜਾ ਸੈਕਿੰਡ ਸਿੰਪਲ ਹਾਰਮੋਨਿਕ ਮੋਸ਼ਨ ਹੈ ਉਹ ਆਪਾਂ ਵਾਈ ਨਾਲ ਲੈ ਰਹੇ ਹਾਂਗੇ। ਠੀਕ ਹੈ, ਕਿਉਂਕਿ ਆਪਣੇ ਕੋਲ ਪਰਪੈਂਡੀਕੂਲਰਸ ਨੇ, ਮਤਲਬ ਇੱਕ ਜਿਹੜਾ ਫੋਰਸ ਹੈ ਉਹ ਪਾਰਟੀਕਲ ਨੂੰ ਇਸ ਡਾਇਰੈਕਸ਼ਨ ਦੇ ਵਿੱਚ ਵਾਈਬਰੇਟ ਕਰਵਾ ਰਿਹਾ ਅਤੇ ਦੂਜਾ ਫੋਰਸ ਇਸ ਡਾਇਰੈਕਸ਼ਨ ਦੇ ਵਿੱਚ ਵਾਈਬਰੇਟ ਕਰਵਾ ਰਿਹਾ, ਪਰਪੈਂਡੀਕੂਲਰ ਡਾਇਰੈਕਸ਼ਨਸ 'ਚ ਵਾਈਬਰੇਟ ਕਰ ਰਹੇ ਨੇ। ਤਾਂ ਇਹਨਾਂ ਦੇ ਜਿਹੜੀਆਂ ਡਿਸਪਲੇਸਮੈਂਟਸ ਨੇ ਉਹ ਵੀ ਪਰਪੈਂਡੀਕੂਲਰ ਡਾਇਰੈਕਸ਼ਨਸ 'ਚ ਹੀ ਲਵਾਂਗੇ। ਤਾਂ ਸਪੋਜ਼ ਐਕਸ ਡਾਇਰੈਕਸ਼ਨ ਦੇ ਵਿੱਚ ਆਪਣੇ ਕੋਲ A1 ਸਾਈਨ ਓਮੇਗਾ ਟੀ ਹੈ ਜਿਹੜੀ ਡਿਸਪਲੇਸਮੈਂਟ ਹੈ, ਅਤੇ ਵਾਈ ਡਾਇਰੈਕਸ਼ਨ ਦੇ ਵਿੱਚ A2 ਸਾਈਨ ਓਮੇਗਾ ਟੀ ਪਲੱਸ 5। ਮਤਲਬ ਵਾਈਬ੍ਰੇਸ਼ਨਸ ਤਾਂ ਸੇਮ ਹੋ ਰਹੀਆਂ ਨੇ, ਜਿੰਨੀਆਂ ਇੱਧਰ ਡਾਇਰੈਕਸ਼ਨ 'ਚ ਹੋ ਰਹੀਆਂ ਨੇ ਉਨੀਆਂ ਹੀ ਇਸ ਡਾਇਰੈਕਸ਼ਨ 'ਚ ਹੋ ਰਹੀਆਂ ਨੇ। ਫਰੀਕੁਐਂਸੀ ਸੇਮ ਹੈ ਬਟ ਐਂਪਲੀਟਿਊਡਸ ਡਿਫਰੈਂਟ ਨੇ, ਮਤਲਬ ਇਹਦਾ ਐਂਪਲੀਟਿਊਡ ਜਿਵੇਂ ਕੁਛ ਹੋਰ ਹੈ, ਇਸ ਡਾਇਰੈਕਸ਼ਨ ਦੇ ਵਿੱਚ ਐਂਪਲੀਟਿਊਡ ਕੁਛ ਹੋਰ ਹੈ। ਠੀਕ ਹੈ, A1 ਸਪੋਜ਼ ਐਕਸ ਡਾਇਰੈਕਸ਼ਨ 'ਚ ਹੈ, A2 ਸਪੋਜ਼ ਵਾਈ ਡਾਇਰੈਕਸ਼ਨ 'ਚ ਹੈ। ਇਹਨੂੰ ਹੁਣ ਆਪਾਂ ਕਿਵੇਂ ਸੋਲਵ ਕਰਾਂਗੇ? ਦੇਖੋ ਆਪਾਂ ਇੱਥੋਂ ਸਾਈਨ ਓਮੇਗਾ ਟੀ ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ, ਕਿੰਨੀ ਆ ਜਾਊਗੀ ਐਕਸ ਅਪੋਨ A1। ਜੇ ਆਪਾਂ ਨੂੰ ਸਾਈਨ ਓਮੇਗਾ ਟੀ ਪਤਾ ਹੈ ਆਪਾਂ ਕੋਸ ਦੀ ਵੀ ਕੱਢ ਸਕਦੇ ਹਾਂ। ਦੇਖੋ ਆਪਾਂ ਨੂੰ ਪਤਾ ਹੈ ਕੋਸ ਸਕੇਅਰ ਥੀਟਾ ਜਿਹੜਾ ਹੁੰਦਾ ਉਹ 1 ਮਾਈਨਸ ਸਾਈਨ ਸਕੇਅਰ ਥੀਟਾ ਦੇ ਇਕੁਅਲ ਹੁੰਦਾ। ਠੀਕ ਹੈ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਕੋਸ ਥੀਟਾ ਉਹ ਰੂਟ ਆਫ 1 ਮਾਈਨਸ ਸਾਈਨ ਸਕੇਅਰ ਥੀਟਾ ਦੇ ਇਕੁਅਲ ਹੈ। ਠੀਕ ਹੈ, ਸਾਈਨ ਸਕੇਅਰ ਥੀਟਾ ਸਾਈਨ ਸਕੇਅਰ ਓਮੇਗਾ ਟੀ ਆਪਣੇ ਕੋਲ ਕਿੰਨਾ ਐਕਸ ਅਪੋਨ A1। ਅਗਰ ਇਸ ਫਾਰਮੂਲੇ 'ਚ ਪੁੱਟ ਕਰੀਏ ਵੈਲਿਊਜ਼ ਤਾਂ ਆਪਣੇ ਕੋਲ ਕੋਸ ਓਮੇਗਾ ਟੀ ਦੀ ਵੈਲਿਊ ਕਿੰਨੀ ਆ ਜਾਊਗੀ 1 ਮਾਈਨਸ ਐਕਸ ਸਕੇਅਰ ਅਪੋਨ A1 ਸਕੇਅਰ ਦਾ रूट। ठीक है, हुण आपां वाई लैके चलते हैं। वाई दे विच साइन A प्लस बी, साइन A प्लस बी है। साइन A प्लस बी का फॉर्मूला की हुंदा है? साइन A प्लस बी का फॉर्मूला हुंदा है साइन A कॉस बी, साइन A कॉस बी प्लस कॉस A साइन बी। ये अपने को साइन A प्लस बी का फॉर्मूला है। A की है इत्थे ओमेगा टी, बी की है 5। फॉर्मूला ओपन किया, ये बन गया अपने को। हुण आपां नूं साइन ओमेगा टी की वैल्यू भी पता है, आपां नूं कॉस ओमेगा टी की वैल्यू भी पता है। आपां दोनों वैल्यूज़ की करतियां पुट करतियां। देखो वैल्यूज़ पुट कीतियां, उस बाद A2 नूं आपां उधर
डिनोमीनेटर ਦੇ ਵਿੱਚ ਲੈ ਗਏ। ਇਹ ਸਿੰਪਲੀਫਿਕੇਸ਼ਨ ਹੀ ਹੈ ਜਸਟ, ਠੀਕ ਹੈ। ਸਿੰਪਲੀਫਿਕੇਸ਼ਨ ਇਹਦੇ ਵਿੱਚ ਮੇਨ ਵੈਸੇ ਜਿਹੜਾ ਕਨਸੈਪਟ ਬਣਦਾ ਹੈ ਨਾ, ਉਹ ਬਣਦਾ ਆਪਣੇ ਕੋਲ ਕਿ ਕਿਸ ਟਾਈਪ ਦੀ ਸ਼ੇਪ ਬਣੂਗੀ ਇਹਦੇ, ਮਤਲਬ ਜਿਹੜਾ ਆਪਣੇ ਕੋਲ ਰਿਜ਼ਲਟੈਂਟ ਹੋਊਗਾ ਉਹਦੀ ਕਿਸ ਟਾਈਪ ਦੀ ਸ਼ੇਪ ਬਣੂਗੀ, ਆਪਾਂ ਇਹ ਕਹਿ ਸਕਦੇ ਹਾਂ। ਬਟ ਚਲੋ ਆਪਾਂ ਨੂੰ ਕੁਐਸਚਨ ਕਿਸੇ ਵੀ ਤਰੀਕੇ ਨਾਲ ਆ ਸਕਦੇ, ਆਪਾਂ ਨੂੰ ਹਰ ਇੱਕ ਤਰੀਕੇ ਦੇ ਕੁਐਸਚਨ ਲਈ ਪ੍ਰੀਪੇਅਰ ਰਹਿਣਾ ਚਾਹੀਦਾ, ਇਸ ਲਈ ਆਪਾਂ ਡਿਟੇਲ ਡਿਸਕਸ਼ਨ ਹੀ ਕਰਦੇ ਹਾਂ ਹਰ ਟੌਪਿਕ ਦੀ, ਠੀਕ ਹੈ। A2 ਓਵਰ 'ਚ ਚਲਾ ਜਾਏਗਾ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲ x/A1 cos phi ਹੈ, ਇਹਨੂੰ ਆਪਾਂ ਮਾਈਨਸ ਦੇ ਵਿੱਚ ਲੈ ਆਏ ਦੂਜੀ ਸਾਈਡ 'ਤੇ। ਉਸ ਤੋਂ ਬਾਅਦ ਆਪਾਂ ਨੇ ਕੀ ਕਰਤਾ, ਸਕੇਅਰਿੰਗ ਔਨ ਬੋਥ ਸਾਈਡ। ਸਕੇਅਰਿੰਗ ਕੀਤੀ, ਇੱਧਰ a-b ਦੇ ਹੋਲ ਸਕੇਅਰ ਦਾ ਫਾਰਮੂਲਾ ਬਣ ਜਾਏਗਾ। a-b ਦੇ ਹੋਲ ਸਕੇਅਰ ਦਾ ਫਾਰਮੂਲਾ ਕੀ ਹੁੰਦਾ, ਆਪਾਂ ਨੂੰ ਪਤਾ ਹੀ ਹੈ ਸਭ ਨੂੰ। a-b ਦੇ ਹੋਲ ਸਕੇਅਰ ਦਾ ਫਾਰਮੂਲਾ ਹੁੰਦਾ a ਸਕੇਅਰ ਪਲੱਸ b ਸਕੇਅਰ ਮਾਈਨਸ 2ab, ਠੀਕ ਹੈ। ਅਤੇ ਇਹ ਦੋਨੋਂ ਸਾਈਡ 'ਤੇ ਸਕੇਅਰਿੰਗ ਕੀਤੀ। ਸਕੇਅਰਿੰਗ ਕਰਕੇ ਦੇਖੋ a ਸਕੇਅਰ y ਸਕੇਅਰ ਅਪੋਨ a2 ਸਕੇਅਰ b ਸਕੇਅਰ x ਸਕੇਅਰ ਅਪੋਨ a1 ਸਕੇਅਰ cos ਸਕੇਅਰ phi ਮਾਈਨਸ 2ab। ਅਤੇ ਦੂਜੀ ਸਾਈਡ ਵੀ ਆਪਣੇ ਕੋਲ, ਤਾਂ ਦੂਜੀ ਸਾਈਡ ਵੀ ਸਕੇਅਰਿੰਗ ਜਦੋਂ ਆਪਾਂ ਕੀਤੀ ਸੀ ਰੂਟ ਹਟ ਜਾਏਗਾ ਬਸ, ਇੱਧਰ ਸਾਈਨ ਸਕੇਅਰ phi ਬਣ ਜੂਗਾ 1 ਮਾਈਨਸ x ਸਕੇਅਰ ਅਪੋਨ a1 ਸਕੇਅਰ, ਬ੍ਰੈਕਟ ਆਪਾਂ ਓਪਨ ਕਰਾਂਗੇ, ਮਤਲਬ ਇਹ ਜਿਹੜੀ ਟਰਮ ਹੈ ਸਾਈਨ ਸਕੇਅਰ phi ਦੋਨਾਂ ਨਾਲ ਮਲਟੀਪਲਾਈ ਹੋ ਜੂਗਾ। ਸੋਲਵ ਕਰਕੇ ਆਪਣੇ ਕੋਲ ਆਹ ਚੀਜ਼ ਬਣ ਗਈ, ਠੀਕ ਹੈ। ਆਪਾਂ ਨੇ ਸਾਈਨ ਸਕੇਅਰ phi ਆ ਜੋ ਆਪਣੇ ਕੋਲ ਇਹ ਵਾਲੀ ਟਰਮ ਹੈ, ਇਹਨੂੰ ਇੱਧਰਲੀ ਸਾਈਡ ਲੈ ਆਏ, x ਸਕੇਅਰ ਅਪੋਨ a1 ਸਕੇਅਰ ਕੋਮਨ ਕੱਢ ਲਿਆ, ਇਹ ਅਗੇਨ ਆਪਣੇ ਕੋਲ 1 ਬਣ ਜੂਗਾ। ਸੋਲਵ ਕਰਕੇ ਆ ਚੀਜ਼ ਆ ਗਈ, ਠੀਕ ਹੈ। ਇਹ ਆਪਣੇ ਕੋਲ ਨਾ ਜਨਰਲੀ ਵੈਸੇ ਇੱਕ ਐਲਿਪਸ ਦੀ ਇਕੁਏਸ਼ਨ ਹੈ। ਹੁਣ ਆਪਾਂ ਨਾ ਵੈਸੇ ਕਰਨਾ ਕੀ ਹੈ, ਆਪਾਂ ਜੋ ਰਿਜ਼ਲਟੈਂਟ ਆ ਰਿਹਾ ਆਪਣੇ ਕੋਲ, ਆਪਾਂ ਦੇਖਾਂਗੇ ਕਿ ਉਹਦੀ ਸ਼ੇਪ ਕੀ ਬਣਦੀ ਹੈ, ਰਿਜ਼ਲਟੈਂਟ ਨੂੰ ਕਿਹੜੀ ਚੀਜ਼ ਰਿਪਰੈਜ਼ੈਂਟ ਕਰ ਰਹੀ ਹੈ, ਐਲਿਪਸ ਰਿਪਰੈਜ਼ੈਂਟ ਕਰ ਰਿਹਾ ਹੈ, ਲਾਈਨ ਰਿਪਰੈਜ਼ੈਂਟ ਕਰ ਰਹੀ ਹੈ। ਇੱਥੇ ਦੇਖੋ ਇੱਕ ਸਿੰਪਲ ਜੀ ਚੀਜ਼ ਸਮਝਾਉਂਦੀ ਹਾਂ ਪਹਿਲਾਂ। ਆਪਣੇ ਕੋਲ ਇੱਕ ਸਿੰਪਲ ਹਾਰਮੋਨਿਕ ਮੋਸ਼ਨ x ਡਾਇਰੈਕਸ਼ਨ ਦੇ ਵਿੱਚ ਹੈ, ਦੂਜਾ y ਡਾਇਰੈਕਸ਼ਨ 'ਚ ਹੈ। ਸਪੋਜ਼ ਆਪਾਂ ਮੰਨ ਕੇ ਚੱਲਦੇ ਹਾਂ ਕਿ ਦੋਨੋਂ ਹਾਰਮੋਨਿਕ ਮੋਸ਼ਨਸ ਦੇ ਵਿੱਚ ਕੋਈ ਫੇਜ਼ ਡਿਫਰੈਂਸ ਨਹੀਂ ਹੈਗਾ, ਠੀਕ ਹੈ। ਜਿਵੇਂ ਫੇਜ਼ ਡਿਫਰੈਂਸ ਨਹੀਂ ਹੈਗਾ ਬਟ ਐਂਪਲੀਟਿਊਡ ਡਿਫਰੈਂਸ ਹੈਗਾ, ਫਰੀਕੁਐਂਸੀ ਡਿਫਰੈਂਸ ਵੀ ਫਰੀਕੁਐਂਸੀ ਡਿਫਰੈਂਸ ਵੀ ਨਹੀਂ ਹੈਗਾ, ਫੇਜ਼ ਡਿਫਰੈਂਸ ਵੀ ਨਹੀਂ ਹੈਗਾ। ਸਪੋਜ਼ ਐਂਪਲੀਟਿਊਡ ਡਿਫਰੈਂਸ ਆਪਣੇ ਕੋਲ ਹੈਗਾ ਇਸ ਤਰੀਕੇ ਨਾਲ, ਇਸ ਤਰੀਕੇ ਦੇ ਮੋਸ਼ਨਸ ਨੇ ਮਤਲਬ, ਤਾਂ ਉਸ ਟਾਈਮ 'ਤੇ ਇਸ ਡਾਇਰੈਕਸ਼ਨ ਦੇ ਵਿੱਚ ਇੱਕ ਇਸ ਡਾਇਰੈਕਸ਼ਨ 'ਚ ਹੈ, ਤਾਂ ਜਿਹੜਾ ਆਪਣੇ ਕੋਲ ਰਿਜ਼ਲਟੈਂਟ ਹੋਊਗਾ ਆਪਾਂ ਨੂੰ ਪਤਾ ਨਾ ਐਵੇਂ ਰਿਪਰੈਜ਼ੈਂਟ ਹੋਊਗਾ, ਇੱਕ ਲਾਈਨ ਰਿਪਰੈਜ਼ੈਂਟ ਕਰੂਗੀ ਉਸ ਰਿਜ਼ਲਟੈਂਟ ਨੂੰ। ਬਟ ਇਹ ਤਾਂ ਬਹੁਤ ਸਿੰਪਲ ਕੇਸ ਹੈ ਜਿੱਥੇ ਆਪਾਂ phi 0 ਲੈ ਕੇ ਚੱਲ ਰਹੇ ਹਾਂ ਇੱਕ ਤਰੀਕੇ ਨਾਲ, ਮਤਲਬ ਉਹਨਾਂ ਦੇ ਵਿੱਚ ਫੇਜ਼ ਡਿਫਰੈਂਸ 0 ਹੈ, ਬਟ phi 0 ਨਹੀਂ ਹੋਊਗਾ ਹਰ ਕੇਸ ਦੇ ਵਿੱਚ। phi ਦੀ ਵੈਲਿਊ π/2 ਵੀ ਹੋ ਸਕਦੀ ਹੈ, ਪਾਏ ਵੀ ਹੋ ਸਕਦੀ ਹੈ, 2π ਵੀ ਹੋ ਸਕਦੀ, ਕੁਛ ਵੀ ਹੋ ਸਕਦੀ ਹੈ ਨਾ। ਤਾਂ ਉੱਥੇ ਆਪਾਂ ਤਾਂ ਕਰਕੇ ਆਪਾਂ ਨੂੰ ਇੰਨਾ ਸੋਲਵ ਕਰਨਾ ਪਿਆ। ਸੋਲਵ ਕਰਕੇ ਹੁਣ ਆਪਾਂ ਹਰ ਇੱਕ phi ਦੇ ਲਈ ਮਤਲਬ phi ਦੀਆਂ ਅਲੱਗ-ਅਲੱਗ ਵੈਲਿਊਜ਼ ਪੁੱਟ ਕਰਕੇ ਰਿਜ਼ਲਟੈਂਟ ਕੱਢ ਸਕਦੇ ਹਾਂ ਕਿ ਕਾਹਦੀ ਇਕੁਏਸ਼ਨ ਬਣ ਰਹੀ ਹੈ, ਲਾਈਨ ਦੀ ਬਣ ਰਹੀ ਹੈ, ਐਲਿਪਸ ਦੀ ਬਣ ਰਹੀ ਹੈ। ਬੇਸਿਕਲੀ ਇਹ ਇੱਕ ਐਲਿਪਸ ਦੀ ਇਕੁਏਸ਼ਨ ਹੈ। ਆਪਾਂ ਹੁਣ ਅਲੱਗ-ਅਲੱਗ ਕੇਸਿਸ ਡਿਸਕਸ ਕਰਦੇ ਹਾਂ। ਇਹੀ ਚੀਜ਼ ਆਪਾਂ ਯਾਦ ਰੱਖਣੀ ਹੈ ਕਿ ਜਦੋਂ 0 ਫੇਜ਼ ਡਿਫਰੈਂਸ ਹੋਊਗਾ ਉਦੋਂ ਆਪਣੇ ਕੋਲ ਫੇਜ਼ ਐਂਗਲ ਜਦੋਂ 0 ਹੋਊਗਾ ਉਸ ਟਾਈਮ 'ਤੇ ਆਪਣੇ ਕੋਲ ਕਿਵੇਂ ਦੀ ਰਿਜ਼ਲਟੈਂਟ ਹੋਊਗਾ, ਅਤੇ ਜੇ phi π/2 ਹੋ ਗਿਆ ਤਾਂ ਕਿਵੇਂ ਦਾ ਹੋਊਗਾ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਇੱਕ ਜਿਹੜੀ ਜਨਰਲ ਇਕੁਏਸ਼ਨ ਹੈ ਉਹ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਐਲਿਪਸ ਨੂੰ। ਕਿਹੜਾ ਕੇਸ ਕਰ ਰਹੇ ਹਾਂ, ਬਾਰ-ਬਾਰ ਕਹਿ ਰਹੇ ਹਾਂ, ਇਹ ਚੀਜ਼ ਯਾਦ ਰੱਖਣੀ ਹੈ। ਅਲੱਗ-ਅਲੱਗ ਕੇਸਿਸ ਨੇ ਆਪਣੇ ਕੋਲ ਹਰ ਇੱਕ ਚੀਜ਼, ਜਿਵੇਂ ਹੁਣ ਇੱਥੇ ਆਪਾਂ ਪਰਪੈਂਡੀਕੂਲਰ ਆਸੀਲੇਸ਼ਨਸ ਦੀ ਗੱਲ ਕਰ ਰਹੇ ਹਾਂ ਪਹਿਲੀ ਗੱਲ ਤਾਂ, ਦੂਜੀ ਗੱਲ ਕਿ ਆਪਾਂ ਸੇਮ ਫਰੀਕੁਐਂਸੀ ਅਤੇ ਡਿਫਰੈਂਟ ਐਂਪਲੀਟਿਊਡਸ ਵਾਲਾ ਕੇਸ ਲੈ ਕੇ ਚੱਲੇ ਹਾਂ, ਠੀਕ ਹੈ। ਹੁਣ phi 0 ਹੋ ਗਿਆ ਤਾਂ cos 0 ਕਿੰਨਾ ਹੁੰਦਾ 1, sin 0 ਕਿੰਨਾ ਹੁੰਦਾ 0, ਤਾਂ ਰਾਈਟ ਹੈਂਡ ਸਾਈਡ ਤਾਂ 0 ਬਣ ਗਈ। ਇਹ ਆਪਣੇ ਕੋਲ a ਸਕੇਅਰ ਪਲੱਸ b ਸਕੇਅਰ ਮਾਈਨਸ 2ab ਬਣ ਗਿਆ। ਇਹਨੂੰ ਆਪਾਂ ਇੱਕ ਜਿਹੜੀ ਆਪਣੇ ਕੋਲ ਇਹਦੀ ਕੰਪੈਕਟ ਫੋਰਮ ਹੈ ਉਹ 'ਚ ਲਿਖ ਸਕਦੇ ਹਾਂ, a ਸਕੇਅਰ ਪਲੱਸ b ਸਕੇਅਰ ਮਾਈਨਸ 2ab ਕੀ ਬਣ ਜੂਗਾ, a ਮਾਈਨਸ b ਦਾ ਹੋਲ ਸਕੇਅਰ। a ਕਿੰਨਾ x ਅਪੋਨ a1, b ਕਿੰਨਾ y ਅਪੋਨ a2, a ਮਾਈਨਸ b ਦਾ ਹੋਲ ਸਕੇਅਰ ਇਜ਼ ਇਕੁਅਲ ਟੂ 0। ਤਾਂ ਸਕੇਅਰ ਤਾਂ ਹਟ ਹੀ ਜਾਊਗਾ ਆਪਣੇ ਕੋਲ, ਸੋਲਵ ਕਰਕੇ ਕਿੰਨਾ ਆ ਜਾਊਗਾ y ਇਜ਼ ਇਕੁਅਲ ਟੂ a2 ਅਪੋਨ a1x। a2 ਅਪੋਨ a1 ਨੂੰ ਅਗਰ ਆਪਾਂ m ਲਿਖ ਲਈਏ ਤਾਂ ਇਹ ਲਾਈਨ ਦੀ ਇਕੁਏਸ਼ਨ ਨਹੀਂ ਬਣ ਗਈ, y ਇਜ਼ ਇਕੁਅਲ ਟੂ mx, ਲਾਈਨ ਪਾਸਿੰਗ ਥਰੂ ਓਰੀਜਨ, ਇਸ ਤਰੀਕੇ ਦੀ ਲਾਈਨ ਬਣੂਗੀ, ਠੀਕ ਹੈ। ਦੇਖੋ ਦੋਨਾਂ ਦੇ ਸਾਈਨ ਸੇਮ ਨੇ, ਅਗਰ x ਪੋਜ਼ੀਟਿਵ ਹੈ ਤਾਂ y ਵੀ ਪੋਜ਼ੀਟਿਵ ਆਊਗਾ, x ਨੈਗੇਟਿਵ ਹੈ ਤਾਂ y ਵੀ ਨੈਗੇਟਿਵ ਆਊ। ਅਤੇ ਫਸਟ ਅਤੇ ਫੋਰਥ ਕੁਆਡਰੈਂਟ ਦੇ ਵਿੱਚ ਇਸ ਤਰੀਕੇ ਨਾਲ ਬਣੂਗੀ ਲਾਈਨ, ਸਟ੍ਰੇਟ ਲਾਈਨ ਪਾਸਿੰਗ ਥਰੂ ਓਰੀਜਨ। ਕਦੋਂ, ਜਦੋਂ phi ਕਿੰਨਾ 0। ਹੁਣ ਸੈਕਿੰਡ ਕੇਸ ਲੈ ਕੇ ਚੱਲਦੇ ਹਾਂ, phi ਇਜ਼ ਇਕੁਅਲ ਟੂ π/2, π/2 cos π/2 ਕਿੰਨਾ ਹੁੰਦਾ 0, sin π/2 ਕਿੰਨਾ ਹੁੰਦਾ 1। ਤਾਂ ਇਹ ਤਾਂ 0 ਹੋ ਜੂਗੀ ਟਰਮ, x ਸਕੇਅਰ ਅਪੋਨ a1 ਸਕੇਅਰ ਪਲੱਸ y ਸਕੇਅਰ ਅਪੋਨ a2 ਸਕੇਅਰ ਇਜ਼ ਇਕੁਅਲ ਟੂ 1 ਆ ਜਾਏਗਾ।
एक इज इक्वेशन है एलिप्सी, क्योंकि ये तो अपन बहुत इजीली पता ही है, एक्स स्केयर अपॉन ए स्केयर प्लस वाई स्केयर अपॉन बी स्केयर इज इक्वल टू 1 एलिप्सी जनरल इक्वेशन होंगी है। ए ਤੇ ਬੀ ਕੀ ਹੁੰਦੇ ਨੇ, ਮੇਜਰ ਐਕਸਿਸ ਤੇ ਮਾਈਨਰ ਐਕਸਿਸ ਦੇ ਉੱਪਰ ਕਿੰਨਾ ਇੰਟਰਸੈਪਟ ਬਣ ਰਿਹਾ, ਏ ਕਿਹਦੇ ਇਕੁਅਲ ਹੈ A1 ਦੇ ਇਕੁਅਲ, ਬੀ ਕਿਹਦੇ ਇਕੁਅਲ ਹੈ A2 ਦੇ ਇਕੁਅਲ, ਤਾਂ ਐਕਸ ਐਕਸਿਸ ਦੇ ਉੱਪਰ ਇੰਟਰਸੈਪਟਸ ਕਿੰਨੇ ਬਣ ਰਹੇ ਨੇ A1, ਸੌਰੀ ਇੱਥੇ A1 ਆਏਗਾ, ਤੇ ਵਾਈ ਐਕਸਿਸ ਦੇ ਉੱਪਰ ਇੰਟਰਸੈਪਟ ਕਿੰਨੇ ਬਣ ਰਹੇ ਨੇ A2, ਤਾਂ ਇਹ ਆਪਣੇ ਕੋਲ ਟੋਟਲ ਕਿੰਨਾ 2A2, ਇਹ ਟੋਟਲ ਕਿੰਨਾ 2A1, ਤੇ ਐਲਿਪਟੀਕਲ ਪਾਥ ਹੈ ਇਹ। अगर अपने को एंपलीट्यूड सेम हो जान, अपने को A1 A2 मतलब उस टाइम तो अपने को आ जाएगा सर्कुलर पाथ ही। अगे आप करांगे कि अगर एंपलीट्यूड्स सेम होंगे ने उस केस के फिर अपने को सर्कुलर पाथ ही आएगा। ठीक है, थर्ड केस है जो फाई की वैल्यू पाई के इक्वल हो जूगी, फाई की वैल्यू पाई के इक्वल हो जूगी, तो उस केस के अपने को देखो इत्थे कॉस पाई -1 के इक्वल, साइन पाई 0, तो इत्थे माइनस माइनस प्लस हो जाएगा, तो अपने को सॉल्व करके एक्सप्रैशन की बन गया ए वाला। ठीक है, ए स्केयर प्लस बी स्केयर प्लस 2ab आ गया, तो ए प्लस बी का होल स्केयर इज इक्वल टू 0, सॉल्व करके की आ गया वाई इज इक्वल टू -a2 अपॉन a1 एक्स। इतने देखो साइन ओपोजिट हो जाएंगे, अगर एक्स माइनस का होएगा तो वाई प्लस का आ जाएगा, अगर एक्स प्लस का होएगा तो वाई माइनस आ जाएगा, तो अपने को इस तरीके की लाइन, क्योंकि यही क्वाड्रेंट होंगे ना जिथे एक्स पॉजिटिव वाई नैगेटिव होवे, या फिर जे एक्स पॉजिटिव है तो वाई नैगेटिव है, जे एक्स नैगेटिव है तो वाई पॉजिटिव है, तो इस तरीके की लाइन बनूगी अगर फाई इज इक्वल टू पाई है। हुणे याद रखनिया ने अपने किस तरीके दी फिगर्स बननगियां, इन्हां दे विच अलग अलग केसिस कि आपां नूं क्वेश्चन किसी भी तरीके दा आ सकदा है। ठीक है, एग्जाम दे विच हुण नैक्सट केस आपां करदे हां ऑसिलेशनस हैविंग डिफरेंट फ्रीकुएंसीज। हुण अपने कोल एंपलीट्यूड्स दा डिफरेंट हैगे ही नहीं, हुण फ्रीकुएंसीज भी डिफरेंट आ गई अपने कोल। जे अपने कोल फ्रीकुएंसीज डिफरेंट नहीं सी, हुण अपने कोल फ्रीकुएंसीज भी डिफरेंट आ गई। देखो आपां पिछले केसिस दे विच करके आए ना एंपलीट्यूड्स सेम फ्रीकुएंसीज डिफरेंट। सपोज आपां ना फाई इज इक्वल टू पाई दा केस लैने आ भी, चलो जिथे अपने कोल एलिप्सी इक्वेशन बन रही सी, जे अपने कोल सपोज एंपलीट्यूड्स सेम ने तो सर्कल की इक्वेशन बनती है, पर ये उदों बनती है ना जो फ्रीकुएंसीज सेम होन, बट जे फ्रीकुएंसीज डिफरेंट ने, सपोज एक्स डायरैक्शन दे विच डबल फ्रीकुएंसी है, एक्स डायरैक्शन दे विच डबल फ्रीकुएंसी है एज कंपेयर टू सपोज वाई डायरैक्शन दे विच डबल एज कंपेयर टू एक्स, तो इस तरीके का बनूगा, मतलब बनूगा तो सर्कुलर ही, बट अपने कोल 2 सर्कल्स बन गए, एवें 8 की फिगर बन जाएगी। तो जिहड़ियां फिगर्स बनदियां ने इन्हां नूं आपां लिसाजियस फिगर्स कहने आगे। ये लिसाजियस फिगर्स डिफरेंट फ्रीकुएंसीज करके बनदियां ने कि अलग अलग डायरैक्शन दे विच डिफरेंट डिफरेंट फ्रीकुएंसीज ने एक्स दे। हुण फ्रीकुएंसीज की रेशो के अकॉर्डिंग ही अपने कोल लिसाजियस फिगर्स ने जिहड़ियां आपां हुण डिस्कस करांगे, जिहड़ियां आपां याद भी रखनियां ने। ਜਿਹੜਾ ਰਿਜ਼ਲਟੈਂਟ ਮੋਸ਼ਨ ਹੈ ਉਹਨਾਂ ਦੇ ਪੈਟਰਨ ਨੂੰ, ਮਤਲਬ ਜਿਹੜਾ ਇਹ ਪੈਟਰਨ ਹੈ 8 ਦੀ ਫਿਗਰ ਬਣ ਰਹੀ ਹੈ, ਐਲਿਪਸ ਬਣ ਰਿਹਾ, ਇਸ ਪੈਟਰਨ ਨੂੰ ਆਪਾਂ ਕੀ ਕਹਿੰਦੇ ਹਾਂ ਲਿਸਾਜੀਅਸ ਫਿਗਰਸ ਜਾਂ ਫਿਰ ਬੋਡੀਚ ਕਰਵ। ਠੀਕ ਹੈ, ਯਾਦ ਰੱਖਣਾ ਹੈ ਬੋਡੀਚ ਕਰਵ ਜਾਂ ਫਿਰ ਲਿਸਾਜੀਅਸ ਫਿਗਰਸ। ਹੁਣ ਇਹ ਦੋ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਦੇਖੋ ਜਿਹੜੀਆਂ ਲਿਸਾਜੀਅਸ ਫਿਗਰਸ ਨੇ, ਇੱਕ ਤਾਂ ਇਹ ਡਿਪੈਂਡ ਕਰਦੀ ਹੈ ਓਮੇਗਾ 1 ਤੇ ਓਮੇਗਾ 2 ਦੀ ਰੇਸ਼ੋ ਕੀ ਹੈ, ਓਮੇਗਾ 1 ਤੇ ਓਮੇਗਾ 2 ਦੀ ਰੇਸ਼ੋ ਕੀ ਹੈ, ਇੱਕ ਦੋਨਾਂ ਦੇ ਜਿਹੜੇ ਫੇਜ਼ਿਸ ਨੇ ਉਹਨਾਂ ਦਾ ਡਿਫਰੈਂਸ ਕੀ ਹੈ। ਇਹਨਾਂ ਦੇ ਫੇਜ਼ਿਸ ਦੇ ਡਿਫਰੈਂਸ ਨੂੰ ਆਪਾਂ ਡੈਲਟਾ ਫਾਈ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਡੈਲਟਾ ਫਾਈ ਇਜ਼ ਇਕੁਅਲ ਟੂ, ਤਾਂ ਡੈਲਟਾ ਫਾਈ ਕਿਸ ਚੀਜ਼ ਇਕੁਅਲ ਹੈ ਓਮੇਗਾ 2t प्लस फाई माइनस ओमेगा 1t, मतलब दोनों फेजेस का डिफरेंस रीअरेंज करके ये चीज़ आ गई। तो देखो एक तो आपने दोनों फ्रीकुएंसीज की रेशियो देखनी, एक डेल्टा फाई देखनी है, तो उन्होंने जो रिजल्टेंट मोशन के पैटर्नस ने की ने लिसाजियस फिगर्स या फिर बॉडीज कर्व्स। हुण आप शेप एनालिसिस करांगे, पहला आप अलग अलग केसिस लैके चल रहे हैं। देखो फस्ट आप केस लैके चल रहे हैं, आप दो चीज़ां देखनियां ने, एक रेशो एक डिफरेंस ऑफ फेस। पहला आप फस्ट केस लैके चले जिथे रेशियोज़ किनियां ने 1:1, डेल्टा फाई 0 भी हो सकता है, पाई भी हो सकता है, पाई/2 भी। ये तो देखो अपने को ही केस नहीं बन गया जिहदे विच आपां सेम फ्रीकुएंसीज वाला लैके ही चले हैं। पिछे आप करके आए ना इस दे विच आपां फ्रीकुएंसी सेम ही लैके चले सी, तो सेम फ्रीकुएंसीज की रेशियो कितनी हो जूगी 1:1। तो ये तो अपने को ही केस है एक तरीके नाल। उत्थे अपने को आपां नूं पता है कि जो दोनों दे विच फेस डिफरेंस 0 सी या पाई सी उदों स्ट्रेट लाइन फिगर बनती सी, ते जदों पाई/2 सी उदों अपने को की बनता सी एलिप्स बनता सी। जे अपने को सेम एंपलीट्यूड है तो फिर अपने को सर्कुलर फिगर बनती सी। तो यह तो बहुत ईजी है, जो ओमेगा 2 रेशो ओमेगा 1 कितना है 1:1। ये शेप एनालिसिस है, अपने एज इट इज़ याद रखना है कि इस रेशो के लिए तो इस फेस डिफरेंस के लिए किस टाइप की फिगर बनती है।
ਹੁਣ ਆਪਾਂ ਸੈਕਿੰਡ ਕੇਸ ਲੈ ਕੇ ਚੱਲਾਂਗੇ ਜਦੋਂ ਆਪਣੇ ਕੋਲ ω2 ਰੇਸ਼ੋ ω1 ਕਿੰਨਾ 1:2, ਮਤਲਬ ਜਿਹੜੀ ਆਪਣੇ ਕੋਲ ਐਕਸ ਡਾਇਰੈਕਸ਼ਨ ਦੇ ਵਿੱਚ ਫਰੀਕੁਐਂਸੀ ਹੈ ω1 ਉਹ ਆਪਣੇ ਕੋਲ ਡਬਲ ਹੈ ਐਜ਼ ਕੰਪੇਅਰ ਟੂ ਵਾਈ ਡਾਇਰੈਕਸ਼ਨ ਦੀ ਫਰੀਕੁਐਂਸੀ ਦੀ। ਹੁਣ ਆਪਾਂ ਇਹਦੇ ਵਿੱਚ ਅਲੱਗ-ਅਲੱਗ ਫੇਸਿਸ ਲੈ ਕੇ ਚੱਲਾਂਗੇ। ਪਹਿਲਾ ਫੇਸ ਡਿਫਰੈਂਸ 0, π/2, π/4, 3π/4 ਇਸ ਤਰੀਕੇ ਦੀ, ਠੀਕ ਹੈ। ਸਭ ਤੋਂ ਪਹਿਲਾਂ 0 ਜਦੋਂ ਫੇਸ ਡਿਫਰੈਂਸ ਹੈ ਉਦੋਂ ਆਪਣੇ ਕੋਲ ਪੈਰਾਬੋਲਿਕ ਸ਼ੇਪ ਆਊਗੀ, ਠੀਕ ਹੈ, ਐਵੇਂ ਦੀ। ਡੈਲਟਾ ਫਾਈ 0 ਹੈ ਅਤੇ ਰੇਸ਼ੋ ਕਿੰਨੀ ਹੈ 1:2। ਹੁਣ ਆਪਣੇ ਕੋਲ ਜੇ ਰੇਸ਼ੋ ਤਾਂ 1:2 ਹੀ ਹੈ, ਫੇਸ ਡਿਫਰੈਂਸ π/2 ਦਾ ਆ ਗਿਆ ਜਾਂ π/4 ਦਾ ਆ ਗਿਆ ਜਾਂ 3π/4, ਤਾਂ ਉਦੋਂ ਆਪਣੇ ਕੋਲ 8 ਦੀ ਫਿਗਰ ਬਣੂਗੀ। ਪਰ 8 ਦੀ ਫਿਗਰ ਵੀ ਅਲੱਗ-ਅਲੱਗ ਤਰੀਕੇ ਨਾਲ ਬਣੂਗੀ। ਦੇਖੋ ਪਹਿਲਾਂ ਆਪਣੇ ਕੋਲ π/4 ਹੈ, ਦੇਖੋ ਇਹ ਦੋ ਪੈਰਾਬੋਲਾਜ਼ ਨੇ, ਇੱਕ ਐਵੇਂ ਬਣ ਰਿਹਾ, ਦੇਖੋ ਇੱਕ ਐਵੇਂ ਪੈਰਾਬੋਲਾ, ਦੋ ਪੈਰਾਬੋਲਾਜ਼ ਨੇ ਇਸ ਸਾਈਡ 'ਤੇ ਜਿਹੜੀ ਲੈਫਟ ਡਾਇਰੈਕਸ਼ਨ 'ਚ, ਮਤਲਬ ਇਹਨਾਂ ਦਾ ਆਪਾਂ ਕਹਿੰਦੇ ਹਾਂ ਵੀ ਪੈਰਾਬੋਲਾਜ਼ ਦੇ ਜਿਹੜੇ ਸਿੰਪਲ ਜੀ ਲੈਂਗੁਏਜ 'ਚ ਆਪਾਂ ਕਹਿ ਸਕਦੇ ਹਾਂ ਕਿ ਪੈਰਾਬੋਲਾਜ਼ ਦੇ ਜਿਹੜੇ ਮੂੰਹ ਖੁੱਲ੍ਹੇ ਨੇ ਉਹ ਲੈਫਟ ਡਾਇਰੈਕਸ਼ਨ 'ਚ ਨੇ, ਠੀਕ ਹੈ। ਇਸ ਤਰੀਕੇ ਦੇ ਪੈਰਾਬੋਲਾ ਬਣ ਜਾਣਗੇ। ਫਿਗਰ ਤਾਂ ਦੇਖੋ 8 ਦੀ ਵੀ ਬਣ ਰਹੀ ਹੈ ਨਾ। ਅਗਰ π/2 ਹੈ ਤਾਂ ਆਪਣੇ ਕੋਲ ਐਵੇਂ ਦਾ ਪੈਰਾਬੋਲਾ, ਦੇਖੋ ਇਹ ਪੈਰਾਬੋਲਾ, ਇਹ ਵੀ ਪੈਰਾਬੋਲਾ, ਤਾਂ ਆਪਣੇ ਕੋਲ ਕਿੰਨੇ ਆਪਣੇ ਕੋਲ ਸ਼ੇਪ ਕਿਹੜੀ ਬਣ ਗਈ 8 ਦੀ। ਇਹ π/2 ਲਈ ਹੈ। ਸ਼ੇਪਸ ਵੀ ਯਾਦ ਰੱਖਣੀਆਂ ਨੇ ਆਪਾਂ ਨੇ, ਠੀਕ ਹੈ। 3π/4 ਲਈ ਦੇਖੋ ਇਸ ਤਰੀਕੇ ਦੇ ਪੈਰਾਬੋਲਾ, ਮਤਲਬ ਰਾਈਟ ਡਾਇਰੈਕਸ਼ਨ ਦੇ ਵਿੱਚ ਓਪਨ ਨੇ ਪੈਰਾਬੋਲਾਜ਼, ਆਪਣੇ ਕੋਲ ਰਾਈਟ ਪੈਰਾਬੋਲਾਜ਼ ਆਪਣੇ ਇਸ ਤਰੀਕੇ ਦੇ ਬਣ ਰਹੇ ਨੇ। ਤਾਂ ਆਪਣੇ ਕੋਲ ਇਹ ਫਿਗਰ 8 ਦੀ ਵੀ ਬਣ ਰਹੀ ਹੈ 3π/4 ਲਈ। ਤਾਂ ਇਹ π/4 ਲਈ, ਇਹ π/2 ਲਈ, ਇਹ 3π/4 ਲਈ 8 ਦੀ ਫਿਗਰ ਬਣ ਰਹੀ ਹੈ, ਬਟ ਅਲੱਗ-ਅਲੱਗ ਤਰੀਕੇ ਨਾਲ ਬਣ ਰਹੀ ਹੈ। ਅਤੇ ਵੈਸੇ ਬੇਸਿਕ ਸ਼ੇਪ ਕਿਹੜੀ ਹੈ ਪੈਰਾਬੋਲਿਕ ਸ਼ੇਪ। ਕਦੋਂ? ਜਦੋਂ ਰੇਸ਼ੋ ਕਿੰਨੀ ਹੈ 1/2। ਹੁਣ ਅਗਰ ਰੇਸ਼ੋ 1/3 ਹੈ ਫਿਰ ਆਪਾਂ ਕੇਸਿਸ ਲੈ ਕੇ ਚੱਲਾਂਗੇ ਡੈਲਟਾ ਫਾਈ 0, π/4, 3π/4। ਜਦੋਂ ਡੈਲਟਾ ਫਾਈ 0 ਹੈ ਬੇਸਿਕ ਸ਼ੇਪ ਤਾਂ ਉੱਥੇ ਹੀ ਪਤਾ ਚੱਲ ਜਾਂਦੀ ਹੈ। ਜਦੋਂ ਡੈਲਟਾ ਫਾਈ 0 ਹੈ ਇੱਧਰ ਪੈਰਾਬੋਲਿਕ ਸ਼ੇਪ ਬਣੀ ਸੀ, ਹੁਣ ਇੱਥੇ ਕਿਹੜੀ ਸ਼ੇਪ ਬਣੂਗੀ ਐਸ ਦੀ ਸ਼ੇਪ, ਠੀਕ ਹੈ। ਤਾਂ ਆਪਣੇ ਕੋਲ ਜਦੋਂ ਰੇਸ਼ੋ 1:3 ਹੈ ਅਤੇ ਆਪਣੇ ਕੋਲ ਡੈਲਟਾ ਫਾਈ 0 ਹੈ ਤਾਂ ਐਸ ਦੀ ਸ਼ੇਪ ਬਣੂਗੀ ਇਸ ਤਰੀਕੇ ਦੀ। ਹੁਣ ਰੇਸ਼ੋ ਤਾਂ 1:3 ਹੋਈ ਹੈ ਅਤੇ ਆਪਣੇ ਕੋਲ ਫੇਸ ਡਿਫਰੈਂਸ ਕਿੰਨਾ π/4 ਦਾ। ਤਾਂ ਦੇਖੋ ਇਸ ਤਰੀਕੇ ਨਾਲ ਬਣ ਰਹੀ ਹੈ, ਇਹ ਵੀ ਇੱਕ ਐਸ ਹੈ ਅਤੇ ਇਹ ਵੀ ਇੱਕ ਐਸ ਹੈ। ਤਾਂ ਦੋ ਐਸ ਮਿਲ ਕੇ ਆਪਣੇ ਕੋਲ ਇਸ ਤਰੀਕੇ ਦੀ ਸ਼ੇਪ ਬਣਾ ਰਹੀਆਂ ਨੇ, ਐਵੇਂ ਦੇਖੋ ਹੈ ਤਾਂ ਐਸ ਦੀ ਹੋਈ ਸ਼ੇਪ ਹੈ ਨਾ, ਇਸ ਤਰੀਕੇ ਨਾਲ। ਜੇ ਆਪਣੇ ਕੋਲ π/2 ਦਾ ਫੇਸ ਡਿਫਰੈਂਸ ਹੈ ਤਾਂ ਆਪਣੇ ਕੋਲ ਇਸ ਤਰੀਕੇ ਦੀ ਸ਼ੇਪ ਬਣੂਗੀ, ਇਸ ਤਰੀਕੇ ਦੀ ਸ਼ੇਪ ਬਣੂਗੀ, ਠੀਕ ਹੈ। ਜੇ ਆਪਣੇ ਕੋਲ ਫੇਸ ਡਿਫਰੈਂਸ 3π/4 ਦਾ, ਗੱਲ ਉਹੀ ਕਰ ਰਹੇ ਹਾਂ 1:3 ਦੀ, ਤਾਂ ਆਪਣੇ ਕੋਲ ਇਸ ਐਸ ਹੀ ਬਣ ਰਹੀ ਹੈ, ਬਟ ਇੱਕ ਤਰੀਕੇ ਨਾਲ ਆਪਾਂ ਕਹਿ ਰਹੇ ਹਾਂ ਪੁੱਠੀ ਐਸ ਬਣ ਰਹੀ ਹੈ ਆਪਣੇ ਕੋਲ, ਐਵੇਂ, ਠੀਕ ਹੈ। ਐਸ ਹੀ ਬਣ ਰਹੀ ਹੈ, ਜਿਵੇਂ ਜਿਹੜਾ π/4 ਸੀ ਉਹ 'ਚ ਇਸ ਤਰੀਕੇ ਨਾਲ ਬਣ ਰਹੀ ਸੀ ਐਸ, ਇਸ ਦੇ ਵਿੱਚ ਇਸ ਤਰੀਕੇ ਨਾਲ ਪੁੱਠੀ ਐਸ। ਅਤੇ ਜੇ ਡੈਲਟਾ ਫਾਈ ਪਾਈ ਦੇ ਇਕੁਅਲ ਹੈ ਤਾਂ ਆਪਣੇ ਕੋਲ ਐਵੇਂ ਬਣੇਗਾ। ਜੇ 0 ਸੀ ਤਾਂ ਸਿੰਪਲ ਐਸ ਸੀ, ਜੇ ਪਾਈ ਹੈ ਤਾਂ ਇਸ ਤਰੀਕੇ ਦੀ। ਤਾਂ ਇਹ ਲਿਸਾਜੀਅਸ ਫਿਗਰਸ ਨੇਗੀਆਂ। ਇਹ ਕਦੋਂ ਸ਼ੋ ਹੁੰਦੀਆਂ ਨੇ ਲਿਸਾਜੀਅਸ ਫਿਗਰਸ? ਜਦੋਂ ਆਪਾਂ ਸਾਈਨੋਸੋਈਡਲ ਸਿਗਨਲ ਦਿੰਦੇ ਹਾਂ। ਸਾਈਨੋਸੋਈਡਲ ਸਿਗਨਲ ਦੀ ਗੱਲ ਕਰ ਰਹੇ ਹਾਂ ਨਾ ਆਪਾਂ, ਜਦੋਂ ਸਾਈਨ ਕਾਸ ਇਹ ਆਪਣੇ ਕੋਲ ਕੀ ਹੁੰਦੇ ਨੇ ਸਾਈਨੋਸੋਈਡਲ ਸਿਗਨਲ ਹੁੰਦੇ ਨੇ। ਤਾਂ ਜਦੋਂ ਸਾਈਨੋਸੋਈਡਲ ਸਿਗਨਲ ਦਿੰਦੇ ਹਾਂ ਆਪਾਂ ਕੈਥੋਡਰੋਓਸਿਲੋਸਕੋਪ ਦੇ ਵਿੱਚ CRO ਦੇ ਵਿੱਚ, ਤਾਂ ਜਿਹੜੀ ਉਹਦੀ ਸਕਰੀਨ ਹੈ ਉਹ ਆਪਣੇ ਕੋਲ ਲਿਸਾਜੀਅਸ ਫਿਗਰਸ ਨੂੰ ਸ਼ੋ ਕਰਦੀ ਹੈ। ਬਟ ਇੱਥੇ ਜਿਹੜੀ ਲਿਸਾਜੀਅਸ ਫਿਗਰਸ ਸ਼ੋ ਕਰਨ ਲਈ ਆਪਾਂ ਨੂੰ ਸਾਈਨੋਸੋਈਡਲ ਸਿਗਨਲ ਦੋਨੋਂ ਪਲੇਟਸ ਦੇ ਉੱਪਰ ਦੇਣੇ ਪੈਣਗੇ, ਓਰੀਜੋਨਟਲ ਦੇ ਉੱਪਰ ਵੀ ਅਤੇ ਵਰਟੀਕਲ ਡਿਫਲੈਕਸ਼ਨ ਪਲੇਟ ਦੇ ਉੱਪਰ ਵੀ। ਫਿਰ ਹੀ ਆਪਣੇ ਕੋਲ ਲਿਸਾਜੀਅਸ ਫਿਗਰ ਸ਼ੋ ਹੋਣਗੀਆਂ, ਕਿਉਂਕਿ ਆਪਾਂ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਕੇਸ ਦੇ ਵਿੱਚ ਹੀ ਕੀਤੀਆਂ ਨੇ ਲਿਸਾਜੀਅਸ ਫਿਗਰਸ, ਜਦੋਂ ਆਪਣੇ ਕੋਲ ਇੱਕ ਡਿਸਪਲੇਸਮੈਂਟ ਐਕਸ ਡਾਇਰੈਕਸ਼ਨ ਦੇ ਵਿੱਚ ਹੈ ਅਤੇ ਦੂਜੀ ਵਾਈ ਦੇ ਵਿੱਚ ਹੈ। ਅਤੇ ਆਪਾਂ ਸਾਈਨੋਸੋਈਡਲ ਸਿਗਨਲਸ ਦੀ ਫਰੀਕੁਐਂਸੀ ਫਾਈਂਡ ਕਰ ਸਕਦੇ ਹਾਂ, ਫੇਸ ਡਿਫਰੈਂਸ ਫਾਈਂਡ ਕਰ ਸਕਦੇ ਹਾਂ ਲਿਸਾਜੀਅਸ ਫਿਗਰਸ ਦੇਖ ਕੇ। ਦੇਖੋ ਜੇ ਆਪਾਂ ਨੂੰ ਕੋਈ ਕਹਿ ਰਿਹਾ ਕਿ ਐਵੇਂ ਦੀ ਲਿਸਾਜੀਅਸ ਫਿਗਰ ਬਣ ਰਹੀ ਹੈ ਤਾਂ ਆਪਾਂ ਨੂੰ ਉੱਥੋਂ ਹੀ ਪਤਾ ਚੱਲ ਗਿਆ ਰੇਸ਼ੋ ਕਿੰਨੀ ਹੈ 1:3 ਹੈ, ਕਿਉਂਕਿ ਐਸ ਤਾਂ 1:3 'ਚ ਬਣਦਾ ਹੈ ਨਾ। ਫੇਸ ਡਿਫਰੈਂਸ ਵੀ ਆਪਾਂ ਸ਼ੇਪ ਦੇਖ ਕੇ ਦੱਸ ਸਕਦੇ ਹਾਂ ਕਿ ਅਗਰ ਐਵੇਂ ਦੀ ਬਣ ਰਹੀ ਹੈ ਤਾਂ ਡੈਲਟਾ ਫਾਈ 0 ਹੈ, ਐਵੇਂ ਦੀ ਬਣ ਰਹੀ ਹੈ ਤਾਂ ਡੈਲਟਾ ਫਾਈ ਕਿੰਨਾ ਪਾਈ, ਠੀਕ ਹੈ। ਤਾਂ ਆਪਾਂ ਫੇਸ ਡਿਫਰੈਂਸ ਵੀ ਦੱਸ ਸਕਦੇ ਹਾਂ ਅਤੇ ਉਹਨਾਂ ਦੀ ਰੇਸ਼ੋ ਵੀ ਦੱਸ ਸਕਦੇ ਹਾਂ। ਹੁਣ ਆਪਣੇ ਕੋਲ ਨਾ ਨਿਊਮੈਰੀਕਲਸ ਦੇ ਲਈ ਇੱਕ ਸਿੰਪਲ ਜਿਹਾ ਕਨਸੈਪਟ ਯੂਜ਼ ਹੁੰਦਾ। ਅਗਰ ਕੋਈ ਲਿਸਾਜੀਅਸ ਫਿਗਰਸ ਆਪਾਂ ਨੂੰ ਗਿਵਨ ਨੇਗੀਆਂ, ਆਪਾਂ ਨੇ ਉਹਨਾਂ ਦੀ ਫਰੀਕੁਐਂਸੀਜ਼ ਦੀ ਰੇਸ਼ੋ ਕੱਢਣੀ ਹੋਵੇ, ਠੀਕ ਹੈ। ਫਿਗਰ ਦੇਖ ਕੇ ਆਪਾਂ ਨੂੰ ਉਹਨਾਂ ਦੀ ਫਰੀਕੁਐਂਸੀਜ਼ ਦੀ ਰੇਸ਼ੋ ਫਾਈਂਡ ਆਊਟ ਕਰਨ ਲਈ ਕਿਹਾ ਹੋਵੇ, ਜਾਂ ਫਿਗਰ ਦੇਖ ਕੇ ਆਪਾਂ ਨੂੰ ਇੱਕ ਡਾਇਰੈਕਸ਼ਨ ਦੀ ਫਰੀਕੁਐਂਸੀ ਤਾਂ ਪਤਾ ਹੋਵੇ, ਦੂਜੀ ਡਾਇਰੈਕਸ਼ਨ ਦੀ ਆਪਾਂ ਕੱਢਣੀ ਹੋਵੇ, ਤਾਂ ਇੱਕ ਫਾਰਮੂਲਾ ਹੁੰਦਾ nx/ny = fy/x। fy ਅਤੇ fx ਦਾ ਪਤਾ ਫਰੀਕੁਐਂਸੀ ਹੁੰਦੀ ਹੈ, ਬਟ ਵਾਟ ਇਜ਼ nx ਐਂਡ ny, ਕੀ ਹੁੰਦੀ ਹੈ ਇਹ? ਦੇਖੋ ਜਿਹੜੀ ਲਿਸਾਜੀਅਸ ਫਿਗਰ ਗਿਵਨ ਹੈ
ਆਪਾਂ ਉਸ ਫਿਗਰ ਦੇ ਵਿੱਚ ਦੇਖਾਂਗੇ। ਹੁਣ ਦੇਖਿਓ ਜਿਹੜੀ ਇਹ ਲਿਸਾਜਸ ਫਿਗਰ ਹੈ ਇਹ ਐਕਸ ਐਕਸਿਸ ਨੂੰ ਸਿਰਫ ਇੱਕ ਪੁਆਇੰਟ 'ਤੇ ਕੱਟ ਕਰ ਰਹੀ ਹੈ ਇੱਥੇ, ਠੀਕ ਹੈ। ਬਟ ਆਪਾਂ ਨੇ ਕੋਈ ਐਕਸ ਡਾਇਰੈਕਸ਼ਨ ਦੇ ਪੈਰਲਰ ਕੋਈ ਵੀ ਇਹੋ ਜਿਹੀ ਲਾਈਨ ਡਰੋ ਕਰਨੀ ਹੈ ਜਿਹੜੀ ਇਸ ਲਿਸਾਜਸ ਫਿਗਰ ਨੂੰ ਮੈਕਸਿਮਮ ਪੁਆਇੰਟਸ 'ਤੇ ਕੱਟ ਕਰੇ। ਦੇਖੋ ਇੱਥੇ ਡਰੋ ਕਰਾਂਗੇ ਉਹ ਵੀ 2 ਪੁਆਇੰਟਸ 'ਤੇ ਕੱਟ ਕਰੂ, ਕਿੱਥੇ ਮਰਜ਼ੀ ਡਰੋ ਕਰੀਏ ਲਿਸਾਜਸ ਫਿਗਰਸ ਨੂੰ 2 ਪੁਆਇੰਟ 'ਤੇ ਕੱਟ ਕਰੂਗੀ ਉਹ ਲਾਈਨ। ਤਾਂ ਆਪਾਂ ਕਿਤੇ ਵੀ ਡਰੋ ਕਰ ਲਈਏ ਤਾਂ ਕਿੰਨੇ ਪੁਆਇੰਟਸ 'ਤੇ ਕੱਟ ਕਰ ਰਹੀ ਹੈ 2 'ਤੇ, ਤਾਂ ਉਹਨੂੰ ਆਪਾਂ NX ਕਹਾਂਗੇ ਕਿ ਜਿਹੜੀ ਲਾਈਨ ਆਪਾਂ ਐਕਸ ਡਾਇਰੈਕਸ਼ਨ ਦੇ ਪੈਰਲਲ ਡਰੋ ਕੀਤੀ ਸੋ ਦੈਟ ਉਹ ਲਾਈਨ ਜਿਹੜੀ ਲਿਸਾਜਸ ਫਿਗਰ ਹੈ ਉਹਨੂੰ ਮੈਕਸਿਮਮ ਪੁਆਇੰਟਸ 'ਤੇ ਕੱਟ ਕਰੇ। ਕਿੰਨੇ ਪੁਆਇੰਟਸ 'ਤੇ ਕੱਟ ਕਰ ਰਹੀ ਹੈ 2 'ਤੇ, ਉਹ ਆਪਾਂ ਕੀ ਲਵਾਂਗੇ NX। ਹੁਣ NY ਕੀ ਹੈ ਵਾਈ ਡਾਇਰੈਕਸ਼ਨ ਦੇ ਪੈਰਲਰ। ਵਾਈ ਡਾਇਰੈਕਸ਼ਨ ਦੇ ਪੈਰਲਰ ਦੇਖੋ ਅਗਰ ਆਪਾਂ ਇੱਥੇ ਲਾਈਨ ਡਰੋ ਕਰ ਰਹੇ ਹਾਂ ਸਪੋਜ਼ ਕਿੰਨੇ ਪੁਆਇੰਟਸ 'ਤੇ ਕੱਟ ਕਰ ਰਹੀ ਹੈ 1 2 3 4 4 ਪੁਆਇੰਟਸ ਹੈ। ਕਿੱਥੇ ਵੀ ਮਤਲਬ ਆਪਾਂ ਨੇ ਮੈਕਸਿਮਮ ਪੁਆਇੰਟਸ 'ਤੇ ਕੱਟ ਕਰਦੀ ਲਾਈਨ ਡਰੋ ਕਰਨੀ ਹੈ। ਤਾਂ ਕਿੱਥੇ ਜਦੋਂ ਆਪਾਂ ਇੱਥੇ ਡਰੋ ਕਰਾਂਗੇ ਤਾਂ ਵੀ 4 ਪੁਆਇੰਟਸ ਹੀ ਉਹ, ਤਾਂ NY ਕਿੰਨਾ ਹੋ ਗਿਆ 4। NX ਅਪੋਨ NY 2 ਅਪੋਨ 4 ਸੋਲਵ ਕਰਕੇ ਕਿੰਨਾ ਆ ਗਿਆ 1/2, ਅਤੇ FY ਅਪੋਨ FX ਕਿੰਨਾ ਆ ਗਿਆ 1/2। ਮਤਲਬ ਫਰੀਕੁਐਂਸੀਜ਼ ਦੀ ਰੇਸ਼ੋ ਕਿੰਨੀ ਆ ਗਈ 1/2। ਇਹ ਤਾਂ ਵੈਸੇ ਆਪਾਂ ਵੇਰੀਫਾਈ ਵੀ ਕੀਤਾ, ਆਪਾਂ ਪਿਛਲੇ ਕੇਸਿਸ 'ਚ ਕਰਕੇ ਵੀ ਆਏ ਹਾਂ ਕਿ ਜਦੋਂ ਫਰੀਕੁਐਂਸੀਜ਼ ਦੀ ਰੇਸ਼ੋ 1/2 ਹੈ ਉਦੋਂ ਆਪਣੇ ਕੋਲ ਜਿਹੜੀ 8 ਦੀ ਫਿਗਰ ਬਣਦੀ ਹੈ। ਆ ਵੀ ਆਪਣੇ ਕੋਲ 1/2 ਹੀ ਰਹੀ ਹੈ। ਮਤਲਬ ਕਈ ਵਾਰੀ ਰੇਸ਼ੋ ਫਾਈਂਡ ਆਊਟ ਕਰਨ ਲਈ ਕਹਿ ਦਿੰਦੇ ਨੇ ਫਿਗਰ ਦੇ ਕੇ, ਜਾਂ ਫਿਰ ਕਈ ਵਾਰੀ ਇੱਕ ਫਰੀਕੁਐਂਸੀ ਵੀ ਦੇ ਦਿੰਦੇ ਨੇ ਫਿਗਰ ਦੇ ਕੇ ਅਤੇ ਆਪਾਂ ਦੂਜੇ ਦੀ ਫਰੀਕੁਐਂਸੀ ਫਾਈਂਡ ਆਊਟ ਕਰਨ ਲਈ ਕਹਿੰਦੇ ਨੇ, ਤਾਂ ਆਪਾਂ ਸਿੰਪਲੀ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਇਹ ਨਿਊਮੈਰੀਕਲਸ ਦੇ ਲਈ ਐਸੇ ਜਿਹੜਾ ਫਾਰਮੂਲਾ ਆਪਾਂ ਨੂੰ ਯਾਦ ਰੱਖਣਾ, ਜਾਂ ਫਿਰ ਨਿਊਮੈਰੀਕਲਸ ਲਈ ਨਹੀਂ ਰਿਲੇਸ਼ਨ ਵੀ ਆ ਸਕਦਾ ਕਈ ਵਾਰੀ ਕਿ ਕਿਹੜਾ ਰਿਲੇਸ਼ਨ ਟਰੂ ਹੈ, ਤਾਂ ਇਹ ਰਿਲੇਸ਼ਨ ਟਰੂ ਹੈ।